ਸੂਹੀ ਕਬੀਰ ਜੀਓ ਲਲਿਤ। ਸਾਧ ਸੰਗਤ ਜੀਓ, ਸੂਹੀ ਰਾਗਣੀ ਦੇ ਨਾਲ ਲਲਿਤ ਰਾਗਣੀ ਮਿਲਾ ਕੇ ਧੰਨ ਭਗਤ ਕਬੀਰ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਨ ਕਰਦਿਆਂ ਹੋਇਆਂ ਬਿਰਧ ਅਵਸਥਾ ਦੀ ਹਾਲਤ ਦਰਸਾਉਂਦੇ ਨੇ ਕਿ ਜਦ ਜੀਵ ਬਿਰਧ ਹੋ ਜਾਂਦਾ ਹੈ ਤਾਂ ਉਹਦੀ ਕੈਸੀ ਹਾਲਤ ਹੁੰਦੀ ਹੈ। ਜਿਵੇਂ ਧੰਨ ਬਾਬਾ ਫਰੀਦ ਸਾਹਿਬ ਜੀ ਨੇ ਆਪਦੇ ਸਲੋਕਾਂ ਦੇ ਵਿੱਚ ਬਹੁਤ ਜਗ੍ਹਾ 'ਤੇ ਬਿਰਧ ਅਵਸਥਾ ਦੀ ਗੰਭੀਰ ਹਾਲਤ ਨੂੰ ਦਰਸਾਇਆ ਹੈ। ਉਹ ਲਿਖਦੇ ਨੇ, ਕਬੀਰ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵਿਓਮ, ਅੱਜ ਫਰੀਦੈ ਕੂਜੜਾ ਸਹਿ ਕੂਹਾਂ ਥੀ ਓਮ। ਇਹਨਾਂ ਛੋਟੀਆਂ ਛੋਟੀਆਂ ਜੰਗਾਂ ਲੱਤਾਂ ਦੇ ਨਾਲ ਖੁਸ਼ਕ ਜਗ੍ਹਾ ਕੀ, ਪਹਾੜੀ ਇਲਾਕਾ ਕੀ ਸਭ ਗਾਹ ਮਾਰਿਆ, ਪਰ ਅੱਜ ਸਰਾਣੇ ਪਿਆ ਕੁੱਜਾ ਜੋ ਪਾਣੀ ਵਾਲਾ ਬਰਤਨ ਹੈ। ਪਿਆਸ ਲੱਗੀ ਤੋਂ ਫੜਨ ਨੂੰ ਇੰਨਾ ਸਰੀਰ ਕਸ਼ਟ ਮੰਨ ਰਿਹਾ ਕਿ ਜਿਵੇਂ 100 ਕੂਹਾਂ ਦੂਰ ਪਿਆ ਹੋਵੇ, ਮਤਲਬ ਉੱਠ ਕੇ ਸਰਾਣੇ ਤੋਂ ਪਾਣੀ ਫੜ ਕੇ ਨਹੀਂ ਪੀ ਸਕਦਾ, ਇੰਨਾ ਖੇਚਲ ਮੰਨ ਰਿਹਾ। ਇਸੇ ਤਰ੍ਹਾਂ ਕਬੀਰ ਸਾਹਿਬ ਜੀ ਲਲਿਤ ਰਾਗਣੀ ਦੇ ਨਾਲ ਮਿਲਾ ਕੇ ਸੂਹੀ ਰਾਗਣੀ ਵਿੱਚ ਇਹ ਪਾਵਨ ਸ਼ਬਦ ਦੇ ਅੰਦਰ ਬਿਰਧ ਅਵਸਥਾ ਦੀ ਹਾਲਤ ਦਰਸਾਉਂਦੇ ਨੇ। ਥਾਕੇ ਨੈਣ ਸਰਵਣ ਸੁਨ ਥਾਕੇ। ਇਹ ਜੀਵ ਬਿਰਧ ਅਵਸਥਾ ਵਿੱਚ ਤੇਰੇ ਨੇਤਰ ਸੰਸਾਰਕ ਸੰਬੰਧੀਆਂ ਪਦਾਰਥਾਂ ਨੂੰ ਦੇਖ ਦੇਖ ਕੇ ਹਾਰ ਥੱਕ ਗਏ ਨੇ, ਅਤੇ ਕੰਨ ਚੁਗਲੀ ਨਿੰਦਿਆ ਦੇ ਬੋਲ ਸੁਣ ਸੁਣ ਕੇ ਹਾਰ ਗਏ ਨੇ, ਥੱਕ ਗਏ ਹਨ। ਅਤੇ ਥਾਕੀ ਸੁੰਦਰ ਕਾਇਆ। ਸੋਹਣੀ ਦੇਹੀ ਵੀ ਸੰਸਾਰਕ ਵਿਵਹਾਰ ਕਰਦੀ, ਭੋਗਾਂ ਨੂੰ ਭੋਗਦੀ ਹੋਈ ਥੱਕ ਗਈ, ਭਾਵ ਕਮਜ਼ੋਰ ਹੋ ਗਈ ਹੈ। ਜਰਾ ਹਾਕ ਦੀ ਸਭ ਮਤ ਥਾਕੀ। ਜਦ ਬੁਢੇਪੇ ਨੇ ਆ ਕੇ ਆਵਾਜ਼ ਦਿੱਤੀ ਤਦੋਂ ਸਾਰੀ ਅਕਲ ਥੱਕ ਜਾਂਦੀ, ਹਾਰ ਜਾਂਦੀ, ਭਾਵ ਅਕਲ ਕੰਮ ਨਹੀਂ ਕਰਦੀ। ਇਸੇ ਪ੍ਰਕਾਰ ਜਰਾ ਹਾਕ ਦੀ ਸਭ ਮਤ ਥਾਕੀ। ਜਿਹੜੀ ਮਤ ਬੁਢੇਪੇ ਨੂੰ ਪਰੇ ਹੱਕਦੀ ਸੀ, ਭਾਵ ਕਹਿੰਦੀ ਸੀ ਕਿ ਬੁਢੇਪਾ ਆਉਣ ਨਹੀਂ ਦੇਣਾ, ਚੰਗੀਆਂ ਖੁਰਾਕਾਂ ਖਾ ਕੇ ਸਰੀਰ ਨਰੋਆ ਰੱਖਣਾ ਹੈ, ਉਹ ਸਭ ਮਤ ਥੱਕ ਗਈ ਹੈ। ਏਕ ਨਾ ਥਾਕਸ ਮਾਇਆ। ਪਰੰਤੂ ਇੱਕ ਮਾਇਆ ਦੀ ਪ੍ਰੀਤੀ ਤ੍ਰਿਸ਼ਨਾ ਨਹੀਂ ਥੱਕਦੀ। ਬਾਵਰੇ ਇਹ ਕਮਲੇ ਝੱਲੇ ਜੀਵ, ਤੈ ਗਿਆਨ ਵਿਚਾਰ ਨਾ ਪਾਇਆ। ਤੂੰ ਬੁੱਢਾ ਹੋ ਗਿਆ ਪਰ ਗਿਆਨ ਦੀ ਵਿਚਾਰ ਨੂੰ ਅਜੇ ਤੱਕ ਪਾਇਆ ਹੀ ਨਹੀਂ, ਜਾਂ ਗਿਆਨ ਸਰੂਪ ਦੀ ਵਿਚਾਰ ਨੂੰ ਪ੍ਰਾਪਤ ਨਹੀਂ ਕੀਤਾ। ਬਿਰਥਾ ਜਨਮ ਗਵਾਇਆ। ਕੇਵਲ ਮਾਇਆ ਦੀ ਇੱਛਾ ਕਰਕੇ ਆਪਣਾ ਅਮੋਲਕ ਮਨੁੱਖਾ ਜਨਮ ਵਿਅਰਥ ਨਿਸਫਲ ਹੀ ਤੂੰ ਗਵਾ ਲਿਆ ਹੈ। ਰਹਾਉ ਵਿਸ਼ਰਾਮ ਦੀ ਕਰ ਫੁਰਮਾਨ ਕਰਦੇ ਹਨ। ਤਬ ਲਗ ਪ੍ਰਾਣੀ ਤਿਸੈ ਸਰਿਵਹੁ। ਇਹ ਜਿਹੜਾ ਸੂਹੀ ਲਲਿਤ ਰਾਗ ਹੈ, ਇਹ ਸਾਧ ਸੰਗਤ ਜੀਓ ਲਲਿਤ ਰਾਗ ਜਿਹੜਾ ਇਹ ਭੈਰਵ ਠਾਠ ਦਾ ਇੱਕ ਸਾੜਵ ਰਾਗ ਹੈ। ਇਹਦੇ ਵਿੱਚ ਪੰਚਮ ਵਰਜਿਤ ਹੈ, ਮੱਧਮ ਦੇ ਧੈਵਤ ਦੀ ਸੰਗਤ ਰਹਿੰਦੀ ਹੈ, ਮੱਧਵਵਾਦੀ ਹੈ ਅਤੇ ਸੜਜ ਸਮਾਧੀ ਹੈ। ਕੰਪ ਸਾਥ ਤੀਵਰ ਮੱਧਮ ਵੀ ਲੱਗ ਜਾਂਦਾ ਹੈ। ਸੜਜ ਗੰਧਾਰ ਨਿਸ਼ਾਦ ਸ਼ੁੱਧ, ਰਿਸ਼ਭ ਧੈਵਤ ਕੋਮਲ ਅਤੇ ਮੱਧਮ ਤੀਬਰ ਹੈ। ਯਾਨੀ
ਸਾ ਤੇ ਗਾ ਤੇ ਨੀ ਇਹ ਸ਼ੁੱਧ ਸੁਰਾਂ ਨੇ। ਰੇ ਧਾ ਇਹ ਕੋਮਲ ਸੁਰਾਂ ਲੱਗਦੀਆਂ ਨੇ ਅਤੇ ਮਾਂ ਤੀਬਰ ਲੱਗਦੀ ਹੈ। ਗਾਉਣ ਦਾ ਵੇਲਾ ਤੜਕੇ ਤੋਂ ਪਹਿਰ ਦਿਨ ਚੜ੍ਹੇ ਤੱਕ ਹੈ। ਅਰੋਹੀ ਨੀ ਰੇ ਗਾ ਮਾ ਗਾ ਮਾ ਧਾ ਸਾ। ਅਵਰੋਹੀ ਗਾ ਨੀ ਧਾ ਮਾ ਗਾ ਰੇ ਸਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਲਿਤ ਨੂੰ ਸੂਹੀ ਨਾਲ ਇਹ ਮਿਲਾ ਕੇ ਕਬੀਰ ਸਾਹਿਬ ਜੀ ਨੇ ਸ਼ਬਦ ਉਚਾਰਿਆ ਹੈ ਜੋ ਚੱਲ ਰਿਹਾ ਹੈ। ਤਬ ਲਗ ਪ੍ਰਾਣੀ ਤਿਸੈ ਸਰਿਵਹੁ। ਇਹ ਪ੍ਰਾਣਾਧਾਰੀ ਜੀਵ ਅਸੀਂ ਤਾਂ ਤੈਨੂੰ ਇਹੀ ਸਿੱਖਿਆ ਦਿੰਦੇ ਹਾਂ ਕਿ ਤਦੋਂ ਤੱਕ ਤਿਸ ਪਰਮਾਤਮਾ ਨੂੰ ਸਰੀਵਨਾ ਕਰੋ, ਉਹਦਾ ਸਿਮਰਨ ਕਰੋ। ਜਬ ਲਗ ਘਟ ਮੈਂ ਹੈ ਸਾਸਾ। ਜਦ ਤੱਕ ਸਰੀਰ ਵਿੱਚ ਤੁਹਾਡੇ ਸਵਾਸ ਪ੍ਰਾਣ ਚੱਲਦੇ ਹਨ। ਜੇ ਘਟ ਜਾਏ ਤਾਂ ਭਾਉ ਨਾ ਜਾਸੀ। ਜੇਕਰ ਪ੍ਰਲਬਧ ਅਨੁਸਾਰ ਇਹ ਸਰੀਰ ਚਲਿਆ ਵੀ ਜਾਵੇ ਤਾਂ ਵੀ ਉਸ ਪ੍ਰਭੂ ਦਾ ਪ੍ਰੇਮ ਨਹੀਂ ਜਾਂਦਾ। ਹਰਿ ਕੇ ਚਰਨ ਨਿਵਾਸਾ। ਇਸ ਪ੍ਰੇਮ ਦੇ ਸਦਕਾ ਹੀ ਹਰੀ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਵਸਣਾ ਹੁੰਦਾ ਹੈ। ਜਿਸ ਕਉ ਸ਼ਬਦ ਵਸਾਵੈ ਅੰਤਰ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮੇਸ਼ਰ ਆਪ ਗੁਰਾਂ ਦੁਆਰਾ ਆਪਣੀ ਪ੍ਰਾਪਤੀ ਦਾ ਉਪਦੇਸ਼ ਵਸਾ ਦਿੰਦਾ ਹੈ। ਚੂਕੈ ਤਿਸੈ ਪਿਆਸਾ। ਇਸ ਮਨੁੱਖ ਦੇ ਅੰਦਰੋਂ ਰਸਾਂ ਕਸਾਂ ਦੇ ਭੋਗਾਂ ਦੀ ਮਾਇਆ ਆਦਿਕ ਦੀ ਸਭ ਤ੍ਰਿਸ਼ਨਾ ਚੁੱਕੀ ਜਾਂਦੀ, ਮੁੱਕ ਜਾਂਦੀ, ਨਿਵਰਤ ਹੋ ਜਾਂਦੀ ਹੈ। ਹੁਕਮੈ ਬੂਝੈ ਚੌਪੜ ਖੇਲੈ। ਜੋ ਪਰਮੇਸ਼ਰ ਦਾ ਹੁਕਮ ਬੁੱਝਣਾ ਹੈ ਇਹੀ ਚੌਸਰ ਦੀ ਖੇਡ ਨੂੰ ਖੇਡਣਾ ਕਰੇ। ਸੰਸਕ੍ਰਿਤ ਵਿੱਚ ਚਤੁਸ਼ਪਦਾ, ਪ੍ਰਾਕਿਰਤ ਵਿੱਚ ਚੌਪਟ ਅਤੇ ਪੰਜਾਬੀ ਦੇ ਵਿੱਚ ਚੌਪਟ ਕਹਿੰਦੇ ਨੇ। ਇੱਕ ਖੇਡ ਹੈ ਜੋ ਨਰਦਾਂ ਨਾਲ ਖੇਡੀ ਜਾਂਦੀ ਹੈ। ਇਸ ਵਿੱਚ ਚਾਰ ਪਾਸੇ ਪਦ ਜਾਂਦੇ ਨੇ ਜਿਨ੍ਹਾਂ 'ਚ ਮੁਰੱਬੇ ਖਾਨੇ ਬਣੇ ਹੁੰਦੇ ਨੇ। ਨਰਦਾਂ ਦੀ ਚਾਲ ਪਾਸੇ ਜਾਂ ਕੌਡੀਆਂ ਸੁੱਟ ਕੇ ਗਿਣਤੀ ਕਰਕੇ ਚੱਲਦੇ ਹਨ। ਪਾਸਾ ਚੌਪੜ ਦੀ ਖੇਡ ਵਿੱਚ ਹਾਥੀ ਦੰਦ ਦੇ ਬਣੇ ਪਹਿਲੂਦਾਰ ਅਤੇ ਹਰ ਪਹਿਲੂ 'ਤੇ ਬਿੰਦੀਆਂ ਵਾਲੇ ਛੋਟੇ ਛੋਟੇ ਟੁਕੜੇ ਜਿਨ੍ਹਾਂ ਨੂੰ ਹੱਥਾਂ 'ਚ ਫੇਰ ਕੇ ਸੁੱਟਦੇ ਨੇ। ਇਸ ਤਰ੍ਹਾਂ ਪਏ ਦਾਓ ਤੋਂ ਬਿੰਦੀਆਂ ਗਿਣ ਕੇ ਚਾਲ ਚੱਲਦੇ ਹਨ। ਸੋ ਕਬੀਰ ਸਾਹਿਬ ਜੀ ਕਥਨ ਕਰਦੇ ਹਨ। ਹੁਕਮੈ ਬੂਝੈ ਚੌਪੜ ਖੇਲੈ। ਜੋ ਪਰਮੇਸ਼ਰ ਦਾ ਹੁਕਮ ਬੁੱਝਣਾ ਇਹੀ ਚੌਪੜ ਦੀ ਖੇਡ ਨੂੰ ਖੇਡਣਾ ਕਰੇ। ਮਨ ਜਿਣ ਢਾਲੇ ਪਾਸਾ। ਅਤੇ ਮਨ ਨੂੰ ਤਿੰਨਾਂ ਗੁਣਾਂ ਵੱਲੋਂ ਜਿੱਤਣ ਰੂਪ ਪਾਸਾ ਢਾਲਣਾ ਕਰੇ। ਅਰਥਾਤ 84 ਲੱਖ ਜੂਨਾਂ ਰੂਪ ਖਾਨੇ ਹਨ। ਇਹਨਾਂ ਵਿੱਚ ਚਾਰੇ ਯੁਗ ਰੂਪ ਚਾਰ ਪਾਸੇ ਨੇ। ਕਾਲ ਅਤੇ ਕਾਲੀ, ਕੁਦਰਤ ਅਤੇ ਕਾਦਰ ਦੋਵੇਂ ਖੇਡ ਰਹੇ ਨੇ। ਇਹਨਾਂ ਤੋਂ ਜਿਹੜਾ ਮਨ ਨੂੰ ਜਿੱਤ ਲੈਂਦਾ ਉਹ ਸੰਸਾਰ ਮਾਇਆ ਤਿੰਨਾਂ ਗੁਣਾਂ ਵੱਲੋਂ ਪਾਸਾ ਢਾਲ ਕੇ ਜਿੱਤ ਜਾਂਦਾ ਹੈ। ਇਸੇ ਪ੍ਰਕਾਰ ਅੰਤਰੀ ਭਾਵ ਦੇ ਵਿੱਚ ਵਿਵੇਕ, ਬੈਰਾਗ, ਖਟ ਸਮਝੀ, ਮਮੋਹ, ਇੱਛਾ ਰੂਪ ਚਾਰ ਪਾਸੇ ਨੇ। ਚਾਰੇ ਅੰਤःਕਰਨ ਇੱਕ ਰੰਗ ਦੀਆਂ ਨਰਦਾਂ ਨੇ। ਤਤਪਦ ਅਤੇ ਤਵੰਗ ਦਾ ਸੰਸ਼ੋਧਨ, ਪ੍ਰੋਗ ਅਤੇ ਅਪਰੋਗ ਗਿਆਨ ਦੂਜੇ ਰੰਗ ਦੀਆਂ ਨਰਦਾਂ ਨੇ। ਕਰੁਣਾ, ਮੁਦਤਾ, ਮੈਤਰੀ, ਅਪੇਖਿਆ ਤੀਸਰੇ ਰੰਗ ਦੀਆਂ ਨਰਦਾਂ ਨੇ। ਮਨਮਤ ਦਾ ਤਿਆਗ, ਬੁੱਧੀ ਅੰਦਰੋਂ ਮਿਥਿਆ ਪਦਾਰਥਾਂ ਦਾ ਨਿਸ਼ਚਾ ਤਿਆਗਣਾ, ਚਿੱਤ ਦੀ ਚਿਤਵਨੀ ਛੱਡਣੀ, ਹੰਕਾਰ ਛੱਡ ਕੇ ਨਿਮਰਤਾ ਧਾਰਨ ਕਰਨੀ, ਇਹ ਚੌਥੇ ਰੰਗ ਦੀਆਂ ਨਰਦਾਂ ਨੇ। ਇਉਂ ਇਹ 16 ਨਰਦਾਂ ਹਨ। ਜਾਂ ਧਰਮ, ਅਰਥ, ਕਾਮ, ਮੋਖ, ਜਾਂ ਸਤ, ਸੰਤੋਖ, ਦਇਆ ਅਤੇ ਵਿਚਾਰ ਰੂਪ ਚੌਥੇ ਰੰਗ ਦੀਆਂ ਨਰਦਾਂ ਨੇ। ਇਹਨਾਂ ਨਰਦਾਂ ਨਾਲ ਜੋ ਤਿੰਨਾਂ ਗੁਣਾਂ ਵੱਲੋਂ ਪਾਸਾ ਢਾਲ ਕੇ ਸ਼ਰਵਣ ਮਨਨ ਨਿਧਿਆਸਨ ਕਰਨਾ,
ਇਹ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਮਨ ਤੇ ਬੁੱਧ ਦਾ ਰੋਕ ਲੈਣਾ, ਪਉਂ 12 ਪੈਣਾ ਹੈ। ਇਸ ਪ੍ਰਕਾਰ ਜਿਹੜੇ ਪਾਸਾ ਢਾਲਣਾ ਜਾਣਦੇ ਨੇ ਉਹ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਹਨ। ਜੋ ਜਨ ਜਾਨ ਭਜਹਿ ਅਬਿਗਤ ਕਉ। ਅਵਗਤ ਪਾਠ ਕਰੀਦਾ ਹੈ। ਸੋ ਜੋ ਚਾਲ ਮੁਤਾਬਕ ਜਿਹੜੇ ਪੁਰਖ ਅਵਗਤ, ਨਾਸ਼ ਰਹਿਤ, ਗਿਆਨ ਸਰੂਪ, ਪ੍ਰਾਪਤ ਸਰੂਪ ਪਰਮੇਸ਼ਰ ਨੂੰ ਗੁਰਾਂ ਦੁਆਰਾ ਜਾਣ ਕਰਕੇ ਜਾਂ ਉਸ ਅਵਗਤ ਵਿਅਕਤੀਗਤ ਤੋਂ ਰਹਿਤ ਪਰਮਾਤਮਾ ਦਾ ਗੁਰਾਂ ਦੁਆਰਾ ਗਿਆਨ ਪ੍ਰਾਪਤ ਕਰਕੇ ਉਸ ਦੇ ਨਾਮ ਨੂੰ ਭਜਦੇ ਸਿਮਰਦੇ ਹਨ। ਤਿਨ ਕਾ ਕਛੂ ਨਾ ਨਾਸਾ। ਤਿੰਨਾਂ ਦਾ ਕੁਝ ਵੀ ਗੁਣ ਨਾਸ਼ ਨਹੀਂ ਹੁੰਦਾ, ਭਾਵ ਕੋਈ ਸਵਾਸ ਨਿਸ਼ਫਲ ਨਹੀਂ ਜਾਂਦਾ। ਕਹੋ ਕਬੀਰ ਤੇ ਜਨ ਕਬਹੂ ਨਾ ਹਾਰ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਉਹ ਜਿਹੜੇ ਪੁਰਖ ਨੇ ਕਦੀ ਵੀ ਸੰਸਾਰ ਵਿੱਚ ਹਾਰ ਕੇ ਨਹੀਂ ਜਾਂਦੇ। ਢਾਲ ਜੋ ਜਨ ਹੈ ਪਾਸਾ। ਜਿਹੜੇ ਦੇਹ ਮਾਨ ਵੱਲੋਂ ਵਾਹਿਗੁਰੂ ਵੱਲ ਪਾਸਾ ਢਾਲਣਾ ਜਾਣਦੇ ਹਨ। ਸੂਹੀ ਲਲਿਤ ਕਬੀਰ ਜੀਓ। ਲਲਿਤ ਰਾਗਣੀ ਨਾਲ ਮਿਲਾ ਕੇ ਸੂਹੀ ਰਾਗਣੀ ਦੇ ਅੰਦਰ ਕਬੀਰ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਇੱਕ ਜ਼ਿਮੀਂਦਾਰ ਨੇ ਆ ਕੇ ਭਗਤ ਜੀ ਕੋਲ ਬੇਨਤੀ ਕੀਤੀ, ਮਹਾਰਾਜ ਮੈਨੂੰ ਕੋਈ ਪਟਵਾਰੀ ਬਹੁਤ ਤੰਗ ਕਰਦਾ ਹੈ। ਇਹ ਸੁਣ ਕੇ ਭਗਤ ਕਬੀਰ ਸਾਹਿਬ ਜੀ ਜ਼ਮੀਨ ਦੇ ਅਲੰਕਾਰ ਦੇ ਨਾਲ ਉਪਦੇਸ਼ ਕਥਨ ਕਰਦੇ ਨੇ। ਪਹਿਲਾਂ ਅਗਿਆਨ ਕਾਲ ਦੀ ਅਵਸਥਾ ਦੱਸਦੇ ਨੇ ਤੇ ਫਿਰ ਗਿਆਨ ਕਾਲ ਦੀ ਅਵਸਥਾ ਦੱਸਣਗੇ। ਆਓ, ਪਟਵਾਰੀ ਲੋਕ ਜਿਸ ਤਰ੍ਹਾਂ ਰਿਸ਼ਵਤ ਲੈਂਦੇ ਨੇ, ਜ਼ਿਮੀਂਦਾਰਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ, ਉਹਦੇ ਅਲੰਕਾਰ ਦੁਆਰਾ ਕਬੀਰ ਸਾਹਿਬ ਜੀ ਯਮਦੂਤਾਂ, ਧਰਮ ਰਾਜੇ ਜਾਂ ਕਾਲ ਬਾਬਤ ਉਚਾਰ ਕਰ ਰਹੇ ਨੇ। ਏਕ ਕੋਟ ਪੰਚ ਸਿਕਦਾਰਾ। ਇਹ ਸਰੀਰ ਰੂਪ ਇੱਕ ਕਿਲਾ ਹੈ, ਅਰਥਾਤ ਇੱਕ ਸ਼ਹਿਰ ਵਸਿਆ ਹੋਇਆ ਹੈ। ਇਹਦੇ ਵਿੱਚ ਪੰਜ ਸਿਕਦਾਰਾ। ਸਿਕਦਾਰ ਹੁੰਦਾ SHO ਅੱਜ ਕੱਲ੍ਹ ਦੀ ਬੋਲੀ ਵਿੱਚ, ਥਾਣੇਦਾਰ। ਸੋ ਜਿਹੜਾ ਹਾਕਮ ਹੈ, 5 ਥਾਣੇਦਾਰ ਨੇ, ਹਾਕਮ ਨੇ। ਉਹ ਕਿਹੜੇ ਨੇ? ਇਹ ਸ਼ਹਿਰ ਦੇ ਵਿੱਚ ਇੱਕ ਕਾਮ ਹੈ, ਇੱਕ ਕ੍ਰੋਧ ਹੈ, ਇੱਕ ਲੋਭ ਹੈ, ਇੱਕ ਮੋਹ ਹੈ ਤੇ ਇੱਕ ਹੰਕਾਰ ਹੈ। ਇਹ 5 ਹਾਕਮ ਹਨ। ਪੰਚੇ ਮਾਗੈ ਹਾਲਾ। ਸੋ ਜਾਂ ਮਾਲ ਮਹਿਕਮੇ ਦੇ ਵਿੱਚ ਪਟਵਾਰੀ ਵੀ ਸਿਕਦਾਰ ਹੁੰਦਾ ਹੈ, ਜੋ ਜ਼ਮੀਨ ਦੀ ਗਿਣਤੀ ਮਿਣਤੀ ਕਰਦਾ। ਕਈ ਉਲਟੀ ਸਿੱਧੀ ਗਿਣਤੀ ਘੁਮਾ ਕੇ ਕਿਸੇ ਦੀ ਜ਼ਮੀਨ ਖੋਹ ਲੈਂਦੇ ਨੇ, ਕਿਸੇ ਦੀ ਨਾ ਕਰ ਦਿੰਦੇ ਨੇ, ਆਪ ਦਾ ਜਲ ਪਾਣੀ ਵਿੱਚੋਂ ਬਣਾ ਲੈਂਦੇ ਨੇ। ਉਹ ਪਟਵਾਰੀ ਹੀ ਸਿਕਦਾਰ ਹਨ। ਕੋਈ ਕਾਨੂੰਗੋ ਹੈ, ਕੋਈ ਪਟਵਾਰੀ ਹੈ ਤੇ ਕੋਈ ਤਹਿਸੀਲਦਾਰ ਹੈ। ਸਾਰੇ ਰਲੇ ਮਿਲੇ ਨੇ ਇੱਕ ਦੂਜੇ ਨਾਲ। ਸੋ ਇਹ 5 ਹੀ ਮਾਮਲਾ ਮੰਗਦੇ ਨੇ, ਆਪੋ ਆਪਣਾ ਟੈਕਸ ਮੰਗਦੇ ਨੇ। ਉਹ ਵੀ ਕੀ ਕਰਨ? ਕਰੋੜ ਰੁਪਈਆ ਤਾਂ ਤਹਿਸੀਲਦਾਰ ਦਾ ਜਿਹਨੇ ਲੱਗਣਾ ਹੋਵੇ, ਮੰਤਰੀ ਸਾਹਿਬ ਨੂੰ ਮੱਥਾ ਟੇਕੋ, ਮਾਲ ਮਹਿਕਮੇ ਦੇ, ਪਟਵਾਰੀ ਦਾ ਤੇ 50 ਲੱਖ ਰੁਪਈਆ, ਤੇ ਜਿਹਨੇ ਨੰਬਰਦਾਰ ਬਣਨਾ ਹੋਵੇ 5-10 ਲੱਖ ਤਾਂ ਉਹਦੇ ਤੋਂ ਵੀ ਝਾੜਦੇ ਨੇ, ਕਿਉਂਕਿ ਗਵਾਹੀਆਂ ਪਾਉਣ ਦੇ ਪੈਸੇ ਬੜੇ ਬਣਦੇ ਹਨ। ਇਸ ਵਾਸਤੇ ਜਦ ਉਹਨਾਂ ਨੇ ਆਪ ਦਾ ਮਾਮਲਾ ਤਾਰਿਆ, ਉਹ ਫਿਰ ਹੇਠਾਂ ਤੋਂ ਕਰਾਉਂਦੇ ਨੇ। ਭਾਵੇਂ ਕੋਈ ਗਰੀਬ ਹੈ ਤੇ ਭਾਵੇਂ ਅਮੀਰ ਹੈ, ਜਿਹਦੀ ਪੈਲੀ ਹੈ, ਕਹਿੰਦੇ ਵੀ ਤੂੰ ਮਾਲਕ ਹੈ, ਜ਼ਿਮੀਂਦਾਰ ਹੈ, ਵੀ ਸਾਨੂੰ ਦੇ। ਇਹ ਮਾਮਲਾ ਮੰਗਦੇ ਨੇ। ਜਾਂ ਸਰਕਾਰੀ ਤੌਰ 'ਤੇ ਉਹ ਮੁਸਲਮਾਨਾਂ ਦਾ ਟਾਈਮ ਸੀਗਾ ਕਬੀਰ ਸਾਹਿਬ ਜੀ ਦਾ, ਅਤੇ ਮੁਸਲਮਾਨ ਬਹੁਤ ਹੀ ਕਰਪਸ਼ਨ ਵਾਲੇ ਸਨ। ਕਿਸੇ ਦੀ ਸੁਣਦੇ ਨਹੀਂ ਸਨ। ਹਰੇਕ ਗੱਲ 'ਤੇ ਟੈਕਸ ਲਾਇਆ ਹੋਇਆ ਸੀ।
ਕਿਸੇ ਨੇ ਤੀਰਥ ਨਹਾਉਣਾ ਹੈ, ਹਿੰਦੂਆਂ ਦੇ ਤੀਰਥ 'ਤੇ ਨਹਾਉਣ ਦਾ ਟੈਕਸ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੇਲੇ ਜਿਸ ਤਰ੍ਹਾਂ ਅੱਜ ਕੱਲ੍ਹ ਟੋਲ ਟੈਕਸਾਂ ਦਾ ਵਿਰੋਧ ਚੱਲ ਰਿਹਾ, ਨਵਾਂ ਹੀ ਸਟੰਟ ਹੈ ਹਾਕਮਾਂ ਦਾ ਵੀ ਗੱਡੀ ਸ਼ੋਅਰੂਮ 'ਚੋਂ ਨਿਕਲਣ ਤੋਂ ਪਹਿਲਾਂ ਹੀ ਟੈਕਸ ਲੈ ਲੈਂਦੇ। ਟੈਕਸ ਤਾਂ ਪਹਿਲਾਂ ਹੀ ਤਾਰਿਆ ਹੋਇਆ, ਫਿਰ ਜਿਨ੍ਹਾਂ ਕਮਰਸ਼ੀਅਲ ਉਹਨਾਂ ਦੇ ਵੱਖਰੇ ਨੇ। ਉਹਦੇ ਤੋਂ ਇਲਾਵਾ ਦੁਬਾਰਾ ਤੋਂ ਫਿਰ ਸੜਕ 'ਤੇ ਡੰਡੇ ਰੱਖ ਕੇ ਖੜ੍ਹੇ ਹੁੰਦੇ। ਇਹਦੀ ਵਿਰੋਧਤਾ ਹੋ ਰਹੀ ਹੈ। ਗੁਰੂ ਨਾਨਕ ਸਾਹਿਬ ਦੇ ਵੇਲੇ ਵੀ ਇੱਕ ਗਰੀਬ ਵਿਚਾਰਾ ਬ੍ਰਾਹਮਣ ਗਾਂ ਆਪਣੀ ਨੂੰ ਪੁਲ ਦੇ ਉੱਪਰੋਂ ਦੀ ਲੰਘਾਉਣ ਲੱਗਾ, ਅਤੇ ਜਿਹੜਾ ਮੁਸਲਮਾਨ ਦਾ ਨੌਕਰ ਉਹ ਵੀ ਬ੍ਰਾਹਮਣ ਸੀਗਾ। ਉਹ ਕਹਿੰਦਾ ਟੈਕਸ ਦੇ, ਆਨਾ ਆਪਣਾ ਦੇ ਅਤੇ ਆਨਾ ਗਾਂ ਦਾ ਦੇ, ਦੋ ਆਨੇ ਟੈਕਸ ਚਾਹੀਦਾ, ਤੁਸੀਂ ਦੋਵਾਂ ਨੇ ਲੰਘਣਾ ਹੈ। ਉਹ ਵਿਚਾਰਾ ਕਹੇ ਵੀ ਮੇਰੀ ਬੇਨਤੀ ਹੈ, ਮੈਂ ਬੜੀ ਦੂਰ ਤੋਂ ਤੁਰ ਕੇ ਆਇਆ, ਮੈਨੂੰ ਭੁੱਖ ਲੱਗੀ ਹੈ, ਘਰ ਜਾਣ ਦੇ ਪੈਸੇ ਨਹੀਂ ਮੇਰੇ ਕੋਲ ਹਨ। ਵੱਡੇ ਵੱਡੇ ਬੰਦੇ ਪ੍ਰਦੇਸ਼ਾਂ ਦੇ ਵਿੱਚ ਖਾਲੀ ਹੋ ਜਾਂਦੇ ਨੇ, ਆਪਦੇ ਘਰ ਕੋਈ ਘਾਟਾ ਨਹੀਂ ਹੈ, ਪੈਸੇ ਨਾ ਵੀ ਹੋਣ ਅਤੇ ਕੋਈ ਗੱਲ ਨਹੀਂ, ਘਰ ਦੇ ਵਿੱਚ ਤਾਂ ਬੈਠੇ ਹਾਂ, ਪਰ ਪ੍ਰਦੇਸ਼ ਵਿੱਚ ਜੇ ਮਾਇਆ ਮੁੱਕ ਜਾਏ ਫਿਰ ਪਤਾ ਚੱਲਦਾ ਕਿਸ ਭਾਅ ਵਿਕਦੀ ਹੈ। ਉਹ ਕਿਤੋਂ ਆਇਆ ਹੋਏਗਾ, ਉਹ ਕਹਿਣ ਲੱਗਾ ਮੇਰੇ ਕੋਲ ਪੈਸੇ ਨਹੀਂ। ਉਹ ਕਹਿੰਦਾ ਮੈਂ ਤਾਂ ਨਹੀਂ ਲੰਘਣ ਦੇਣਾ। ਮੈਂ ਕਿਵੇਂ ਲੰਘਣ ਦਿਆਂ, ਟੈਕਸ ਦੇਏਗਾ ਅਤੇ ਲੰਘਣ ਦੇਊਂਗਾ। ਉਹ ਵਿਚਾਰਾ ਤਰਲੇ ਮਾਰੀ ਜਾਏ, ਉਹ ਲੰਘਣ ਨਾ ਦੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਉਹਨਾਂ ਵੱਲ ਵੇਖ ਕੇ ਅਤੇ ਗੁਰੂ ਸਾਹਿਬ ਨੂੰ ਤਰਸ ਆ ਗਿਆ ਗਰੀਬ ਦੇ ਉੱਪਰ, ਜਿਹੜਾ ਟੈਕਸ ਮੰਗ ਰਿਹਾ ਸੀ। ਮੁਸਲਮਾਨ ਦਾ ਨੌਕਰ ਪੁਲ 'ਤੇ ਖੜ੍ਹਾ ਸੀ। ਮਹਾਰਾਜ ਕਹਿੰਦੇ ਸ਼ਲੋਕ ਮਹੱਲਾ ਪਹਿਲਾ, ਗਊ ਬ੍ਰਾਹਮਣ ਕਉ ਕਰ ਲਾਵਹੁ, ਗੋਬਰ ਤਰਨ ਨਾ ਜਾਈ। ਹੈ ਤੇ ਤੂੰ ਬ੍ਰਾਹਮਣ ਹੈ, ਤੇ ਪਰ ਦੁੱਕੀ ਤਿੱਕੀ ਤਨਖਾਹ ਬਦਲੇ ਮੁਸਲਮਾਨਾਂ ਦੇ ਆਖੇ ਲਾ ਕੇ ਤੂੰ ਜ਼ੁਲਮ ਕਰ ਰਿਹਾ। ਚੌਕਾ ਦੇ ਕੇ ਸੁੱਚਾ ਹੋਏ, ਜਦ ਤੂੰ ਰੋਟੀ ਖਾਂਦਾ ਹੈ ਅਤੇ ਇਸੇ ਹੀ ਗਾਂ ਦਾ ਗੋਬਰ ਤੂੰ ਚੌਂਕੇ ਦੇ ਵਿੱਚ ਫੇਰ ਕੇ ਅਤੇ ਫਿਰ ਰੋਟੀ ਪਕਾਉਂਦਾ। ਗਾਂ ਵਿਚਾਰੀ ਲੰਘਣ ਨੂੰ ਤਰਸ ਰਹੀ ਹੈ ਅਤੇ ਗੋਹੇ ਦੀ ਤੂੰ ਪੂਜਾ ਕਰ ਰਿਹਾ। ਗਾਂ ਦੇ ਗੋਹੇ ਨੂੰ ਤੂੰ ਮੱਥਾ ਟੇਕਦਾ, ਉਹਨੂੰ ਪਵਿੱਤਰ ਸਮਝਦਾ, ਅਤੇ ਜਿਹੜੀ ਗਾਂ ਨੂੰ ਤੂੰ ਮਾਤਾ ਕਹਿੰਦਾ ਉੱਥੇ ਤੂੰ ਟੈਕਸ ਲਾਇਆ ਹੋਇਆ ਹੈ। ਗਊ ਬ੍ਰਾਹਮਣ ਕਉ ਕਰ ਲਾਵਹੁ, ਗੋਬਰ ਤਰਨਾ ਜਾਈ। ਹੈ ਬ੍ਰਾਹਮਣ, ਇੰਝ ਗੋਬਰ ਦੇ ਨਾਲ ਨਹੀਂ ਤਰਿਆ ਜਾਣਾ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾਂ ਖਾਈ। ਊਂ ਤੂੰ ਧੋਤੀ ਬੰਨੀ ਹੈ, ਟਿੱਕਾ ਲਾਇਆ ਹੋਇਆ, ਅਤੇ ਤੂੰ ਪੰਡਿਤ ਵੱਡਾ ਬਣਿਆ ਹੋਇਆ, ਅਤੇ ਧਾਨ ਤੂੰ ਮਲੇਸ਼ਾਂ ਦਾ ਖਾਨਾ, ਲੋਕਾਂ ਦਾ ਖੂਨ ਚੂਸ ਕੇ। ਜਿਹੜਾ ਜਿਵੇਂ ਮਲਕ ਭਾਗੋ ਨੇ ਪੂੜੇ ਬਣਾਏ ਸੀ, ਮਹਾਰਾਜ ਕਹਿੰਦੇ ਆਪਾਂ ਤਾਂ ਨਹੀਂ ਖਾਣੇ। ਮਹਾਰਾਜ ਨੂੰ ਕਹਿਣ ਲੱਗਾ ਕਿਉਂ ਨਹੀਂ ਖਾਣੇ? ਕਹਿੰਦੇ ਤੂੰ ਲੋਕਾਂ ਦਾ ਖੂਨ ਚੂਸਿਆ ਹੋਇਆ। ਕਹਿੰਦੇ ਤੁਹਾਨੂੰ ਬਹੁਤਾ ਪਤਾ ਹੈ, ਸਾਰੇ ਐਵੇਂ ਬੈਠੇ ਨੇ, ਸਭ ਦੁਨੀਆ ਖਾ ਰਹੀ ਹੈ, ਤੁਸੀਂ ਵੱਡੇ ਆਏ। ਮਹਾਰਾਜ ਕਹਿੰਦੇ ਸਾਰੇ ਅੰਨੇ ਨੇ, ਮੈਨੂੰ ਰੱਬ ਨੇ ਅੱਖਾਂ ਦਿੱਤੀਆਂ, ਮੈਨੂੰ ਦਿਖਾ ਤਾ। ਕਹਿੰਦਾ ਐਵੇਂ ਝੂਠ ਨਾ ਬੋਲੋ, ਕੀ ਤੁਹਾਨੂੰ ਦਿਖਾਇਆ? ਮੈਨੂੰ ਵੀ ਦਿਖਾਓ। ਮਹਾਰਾਜ ਕਹਿੰਦੇ ਲਿਆ ਪਾਦੇ ਪੂੜੇ, ਹੁਣ ਤੂੰ ਪਰਦੇ ਜ਼ਾਹਰ ਕਰਕੇ ਰਹੇਗਾ। ਮੈਂ ਸੋਚਦਾ ਸੀ ਕਿ ਤੂੰ ਚੁੱਪ ਚੁਪੀਤਾ ਆਪਦਾ ਕੰਮ ਕਰੀ ਜਾ। ਜ਼ਬਰਦਸਤੀ ਗੁਰੂ ਸਾਹਿਬ ਨੂੰ ਬੁਲਾਇਆ, ਅਗਲੇ ਦੀ ਨਹੀਂ ਮਰਜ਼ੀ ਅਤੇ ਨਹੀਂ ਖਾਣਾ। ਖਾਣ ਦੇ ਵਿੱਚ ਕਾਹਦੀ ਜ਼ਬਰਦਸਤੀ ਹੈ ਭਲਾ, ਤੁਸੀਂ ਦੱਸੋ? ਕਹਿੰਦੇ ਖਾਓ। ਮਹਾਰਾਜ ਕਹਿੰਦੇ ਆਪਾਂ ਤਾਂ ਨਹੀਂ ਖੂਨ ਪੀਂਦੇ। ਕਹਿੰਦੇ ਖੂਨ ਕਿਵੇਂ ਆ? ਮਹਾਰਾਜ ਕਹਿੰਦੇ ਦੇਖ ਲਾ। ਹੱਥ 'ਚ ਫੜ ਕੇ ਉਹਨੂੰ ਨਪੀੜਿਆ, ਉਹ 'ਚੋਂ ਖੂਨ ਕੱਢ ਕੇ ਦਿਖਾਤਾ। ਉਹ ਫੋਟੋ ਬੜੀ ਪ੍ਰਸਿੱਧ ਹੈ, ਸਾਖੀ ਬੜੀ ਪ੍ਰਸਿੱਧ ਹੈ। ਅਤੇ ਭਾਈ ਲਾਲੋ ਦੇ ਕੋਧਰੇ ਦਾ ਪ੍ਰਸ਼ਾਦਾ, ਮੈਨੂੰ ਪਹਿਲਾਂ ਪਤਾ ਨਹੀਂ ਸੀ ਹੁੰਦਾ ਵੀ ਕੋਧਰਾ ਕਿਹਨੂੰ ਕਹਿੰਦੇ ਨੇ, ਕਿਉਂਕਿ ਅੱਜ ਕੱਲ੍ਹ ਕੋਧਰਾ ਅੱਖਰ ਆਮ ਕਾਮਨ ਅੱਖਰ ਨਹੀਂ ਹੈ। ਮੱਕੀ ਦੀ ਰੋਟੀ ਵੀ ਖਾਈ ਦੀ ਹੈ, ਅਤੇ ਇੱਕ ਬਾਜਰੇ ਦੀ ਰੋਟੀ ਹੈ। ਸੋ ਬਾਜਰੇ ਦੀ ਰੋਟੀ ਨੂੰ ਹੀ ਕੋਧਰੇ ਦਾ ਪ੍ਰਸ਼ਾਦਾ ਕਹਿੰਦੇ ਨੇ। ਸਾਗ ਦੇ ਨਾਲ ਮੱਕੀ ਜਾਂ ਬਾਜਰੇ ਦਾ ਪ੍ਰਸ਼ਾਦਾ ਛਕੀਏ ਤਾਂ ਉਹ ਸਵਾਦਿਸ਼ਟ ਲੱਗਦਾ। ਉਹ ਕੋਧਰੇ ਦਾ ਪ੍ਰਸ਼ਾਦਾ
ਜੇ ਤਾਂ ਤਾਜ਼ਾ ਤਾਜ਼ਾ ਲੱਥਦਾ ਖਾ ਲਈਏ ਫਿਰ ਤਾਂ ਸੌਖਾ ਖਾਧਾ ਜਾਂਦਾ, ਅਤੇ ਜੇ ਘੰਟਾ ਪਈ ਰਹਿ ਗਈ ਰੋਟੀ ਉਹ ਤਾਂ ਲੱਕੜ ਤੋਂ ਵੀ ਸਖਤ ਬਣ ਜਾਂਦੀ। ਜਿਹੜੀ ਬਾਜਰੇ ਦੀ ਰੋਟੀ ਹੁੰਦੀ ਹੈ ਮਾਲਵੇ ਦੇ ਵਿੱਚ ਅਜੇ ਵੀ ਉੱਥੇ ਛਕਦੇ ਹਨ। ਸੋ ਉਹਦੇ ਵਿੱਚੋਂ ਮਹਾਰਾਜ ਨੇ ਦੁੱਧ ਕੱਢ ਕੇ ਦਿਖਾਇਆ ਸੀ। ਇਸ ਤਰ੍ਹਾਂ ਦੇ ਇਹ ਲੋਕ ਹਨ ਕਿ ਆਪ ਤਾਂ ਪਤਾ ਨਹੀਂ ਕਿੰਨੇ ਲੱਖਾਂ ਜਾਂ ਕਰੋੜਾਂ ਰੁਪਈਏ ਮਾਇਆ ਟੈਕਸ ਤਨਖਾਹ ਦੇ ਰੂਪ ਦੇ ਵਿੱਚ ਵਰਤਦੇ ਨੇ। ਫੰਡ ਫੁੰਡ ਵੱਖਰੇ ਨੇ, ਤਨਖਾਹਾਂ ਵੱਖਰੀਆਂ, ਫੰਡ ਵੱਖਰੇ, ਕੋਠੀਆਂ ਕਾਰਾਂ, ਤੇਲ ਪਾਣੀ, ਮੋਬਾਇਲ ਤੱਕ ਦੇ, ਟੈਲੀਫੋਨ ਦੇ ਖਰਚੇ, ਮੋਟੀਆਂ ਮੋਟੀਆਂ ਤਨਖਾਹਾਂ, ਅਤੇ ਆਮ ਗਰੀਬ ਬੰਦੇ ਨੂੰ ਟੈਕਸ। ਉਹਨੂੰ ਸੜਕ ਤੋਂ ਵੀ ਨਹੀਂ ਲੰਘਣ ਦੇਣਾ, ਕਹਿਣਾ 40 ਰੁਪਈਏ ਦੇ ਤਾਂ ਤੈਨੂੰ ਲੰਘਣ ਦਿਆਂਗੇ। ਇੰਨੀ ਭੁੱਖ ਵਰਤੀ ਹੋਈ ਹੈ। ਸੋ ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਇਹ ਜਿਹੜੇ ਹਾਕਮ ਨੇ ਬੜੇ ਜ਼ਾਲਮ ਹੁੰਦੇ ਨੇ। ਜਿਹੜਾ ਨਾਮ ਹੀ ਹੋਵੇ ਉਹਨੂੰ ਬਣਨਾ ਪੈਂਦਾ, ਕਿਉਂਕਿ ਉੱਪਰਲੇ ਬੰਦੇ ਮੰਗਦੇ ਨੇ। ਇਸ ਲਈ ਇਹ ਪੰਜੇ ਹੀ ਟੈਕਸ ਮੰਗਦੇ ਨੇ, ਆਪੋ ਆਪਣੇ ਵੱਲ ਖਿੱਚਦੇ ਨੇ। ਕਾਮ ਆਪਣੇ ਵੱਲ ਖਿੱਚਦਾ ਹੈ, ਕਹਿੰਦਾ ਵੀ ਮੈਨੂੰ ਚਾਰਾ ਪਾ, ਚੋਰੀ ਮਿਰਗ ਅੰਗੂਰੀ ਖਾਏ, ਕੁਛ ਨਾ ਕੁਛ ਗਲਤ ਮਲਤ ਕਰ ਜਾਂ ਗਲਤ ਮਲਤ ਵੇਖ। ਕ੍ਰੋਧ ਆਪ ਦਾ ਟੈਕਸ ਮੰਗਦਾ ਹੈ ਵੀ ਕੋਈ ਘਸੁੰਨ-ਮੁਖੀ ਝਗੜਾ ਹੋਵੇ। ਜਿਹੜਾ ਲੋਭ ਹੈ ਅਤੇ ਉਹ ਆਪ ਦਾ ਟੈਕਸ ਮੰਗਦਾ ਹੈ, ਚੋਰੀ ਆਦਿਕ। ਜਿਹੜਾ ਮੋਹ ਹੈ ਉਹ ਆਪਣਾ ਟੈਕਸ ਮੰਗਦਾ ਹੈ। ਸਕੇ ਭਰਾਵਾਂ ਨੂੰ ਦਾਖਾਂ ਕੱਢਣੀਆਂ, ਘਰਦਿਆਂ ਨੂੰ ਤਾਂ ਟੁੱਟ ਪੈਣਾ, ਅਤੇ ਗਵਾਂਢੀਆਂ ਦੇ ਨਾਲ 7 ਬਗਾਨਿਆਂ ਦੇ ਗਲੇ ਲੱਗ ਲੱਗ ਜੱਫੀਆਂ ਪਾ ਪਾ ਅਤੇ ਉਹਨਾਂ ਨਾਲ ਮੋਹ ਜਤਾਉਣਾ। ਇਹ ਕਲਯੁਗ ਦਾ ਸਮਾਂ ਹੈ। ਇਹ ਆਪ ਦੀ ਚੋਰੀ ਖਾਂਦਾ ਹੈ, ਆਪ ਦਾ ਟੈਕਸ ਲੈਂਦਾ। ਹੰਕਾਰ ਜਿਹੜਾ ਹੈ ਉਹ ਆਪ ਦੇ ਪੱਠੇ ਪਾਉਂਦਾ ਹੈ। ਅਤੇ ਇਸ ਵਾਸਤੇ ਪੰਜੇ ਹੀ ਸਿਕਦਾਰ ਨੇ, ਥਾਣੇਦਾਰ ਨੇ, ਨੰਬਰਦਾਰ ਨੇ, ਪਟਵਾਰੀ ਨੇ, ਕਾਨੂੰਗੋ ਨੇ, ਤਹਿਸੀਲਦਾਰ ਨੇ, ਅਤੇ ਜੋ 10,000 ਤੋਂ ਬਗੈਰ ਸਿਗਨੇਚਰ ਹੀ ਨਹੀਂ ਕਰਦੇ। ਇਸ ਤਰ੍ਹਾਂ ਆਪੋ ਆਪਣੇ ਵੱਲ ਖਿੱਚਦੇ ਹਨ। ਜਿਮੀ ਨਾਹੀ ਮੈਂ ਕਿਸੀ ਕੀ ਬੋਈ। ਜੇ ਕੋਈ ਬੰਦਾ ਇਹਨਾਂ ਨੂੰ ਪੁੱਛੇ ਵੀ ਤੁਹਾਡੀਆਂ 50-50 ਹਜ਼ਾਰ, ਲੱਖ ਲੱਖ, 2.5-2.5 ਲੱਖ ਤਨਖਾਹਾਂ ਨੇ, ਅਤੇ ਫਿਰ ਵੀ ਤੁਸੀਂ ਸਾਤੋਂ ਪੈਸੇ ਮੰਗਦੇ ਹੋ, ਤੁਹਾਡਾ ਤਾਂ ਆਪਾਂ ਕੁਛ ਨਹੀਂ ਲੈਂਦੇ। ਜ਼ਮੀਨ ਸਾਡੀ ਆਪਣੀ ਹੈ, ਵਾਹੀ ਸਾਡੀ ਆਪਣੀ ਹੈ, ਡੰਗਰ ਬੱਛਾ ਸਾਡਾ ਆਪਣਾ, ਜਾਂ ਪਲਾਟ ਅਸੀਂ ਆਪ ਖਰੀਦਿਆ ਹੈ, ਘਰ ਅਸੀਂ ਆਪ ਦਾ ਲਿਆ ਹੈ, ਅਤੇ ਤੁਹਾਨੂੰ ਕਾਹਦੇ ਪੈਸੇ ਦਈਏ ਦੱਸੋ? ਨੌਕਰੀ ਦੇ ਤੁਹਾਨੂੰ ਪੈਸੇ ਉੱਪਰ ਵੱਲੋਂ ਮਿਲ ਰਹੇ ਨੇ, ਅਤੇ ਸਾਥੋਂ ਕਾਹਦੇ ਮੰਗ ਰਹੇ ਹੋ? ਕੋਈ ਜਵਾਬ ਨਹੀਂ। ਇਹ ਜਿਹੜੇ 5 ਕਾਮ ਆਦਿਕ ਨੇ ਸਿਕਦਾਰ, ਇਹਨਾਂ ਵਿੱਚੋਂ ਕਿਸੇ ਦੀ ਜ਼ਮੀਨ ਵੀ ਨਹੀਂ ਆਪਾਂ ਬੋਈ ਹੈ, ਸਾਡੀ ਆਪ ਦੀ ਜ਼ਮੀਨ ਹੈ। ਭਾਵ ਆਪਣੀ ਬੁੱਧੀ ਬਿਰਤੀ ਨੂੰ ਕਿਸੇ ਵਿਸ਼ੇ ਵਿੱਚ ਪ੍ਰਵਿਰਤ ਨਹੀਂ ਹੋਣ ਦਿੱਤਾ, ਬਚਾ ਕੇ ਰੱਖਿਆ ਹੈ। ਅਰਥਾਤ ਬਿਰਤੀ ਰੂਪ ਜ਼ਮੀਨ ਹੈ, ਵਿਸ਼ਿਆਂ ਦਾ ਸੰਸਕਾਰ ਰੂਪੀ ਬੀਜ ਹੈ, ਅਤੇ ਬਿਰਤੀ ਦਾ ਵਿਸ਼ਿਆਂ 'ਚ ਲਗਾਉਣਾ ਬੀਜਣਾ ਹੈ। ਐਸਾ ਦੀਨ ਦੁਖਾਲਾ। ਫਿਰ ਵੀ ਦੁਨੀਆ ਪਤਾ ਨਹੀਂ ਕੈਸੀ ਹੈ, ਉਹ ਬਦੋ ਬਦੀ ਠੱਗੀਆਂ ਮਾਰਦੀ ਹੈ। ਘਰ ਕਿਸੇ ਦਾ, ਮਕਾਨ ਕਿਸੇ ਦਾ ਲੈ ਕੋਈ ਰਿਹਾ, ਅਤੇ ਤੀਜੇ ਬੰਨਿਓ ਆ ਕੇ ਬੰਦਾ ਵਿੱਚ ਵੱਖਰਾ ਹੀ ਖਲੋ ਗਿਆ ਵੀ ਸਾਥੋਂ ਬਗੈਰ ਤੂੰ ਲੈ ਹੀ ਨਹੀਂ ਸਕਦਾ, ਭਾਵੇਂ ਰੈਂਟ ਹੈ ਅਤੇ ਭਾਵੇਂ ਜੋ ਮਰਜ਼ੀ ਹੈ, ਇਹ ਤਾਂ ਸਾਡੇ ਪੈਸੇ ਰੱਖ। ਉਹਨੂੰ ਕਹਿੰਦੇ ਨੇ ਦਲਾਲੀ। ਅੱਜ ਕੱਲ੍ਹ ਇਹਦਾ ਨਾਮ ਪੜ੍ਹਿਆਂ ਲਿਖਿਆ ਨੇ ਚੇਂਜ ਕਰਤਾ, ਪ੍ਰੋਪਰਟੀ ਡੀਲਰ। ਡੀਲਰ ਵੀ ਬਦਨਾਮ ਹੋ ਗਿਆ, ਉਹਨੂੰ ਅੱਗੇ ਕੰਸਲਟੈਂਟ, ਰੀਅਲ ਅਸਟੇਟ ਅਤੇ ਫਲਾਣਾ ਦੇ ਢੀਂਗੜਾ ਐਮਕਾ ਦੇ ਖਮਕਾ, ਬੜਾ ਕੁਛ ਦੁਨੀਆ 'ਚ ਚੱਲ ਰਿਹਾ। ਮਤਲਬ ਕਾਰੋਬਾਰ ਤਾਂ ਰਹੇ ਨਹੀਂ, ਨਾ ਕੋਈ ਕੰਮ ਕਰਕੇ ਰਾਜੀ ਹੈ। ਝੂਠ ਪਤਾਣ, ਇੱਧਰੋਂ ਬੋਲਿਆ ਉੱਧਰੋਂ ਕਰ ਲਿਆ, ਅਤੇ ਓਲਾ ਰੱਖ ਕੇ ਉੱਧਰੋਂ ਵੀ ਝਾੜ ਲਿਆ ਉੱਧਰੋਂ ਵੀ ਝਾੜ ਲਿਆ। ਇਸ ਤਰੀਕੇ ਦੇ ਨਾਲ ਸੋ ਇਹ ਅਜਿਹਾ ਮਾਮਲਾ ਦੇਣ ਦਾ ਦੁਖਦਾਈ ਮਸਲਾ ਬਣਿਆ ਹੋਇਆ ਹੈ।
ਇਹ ਭਿਆਨਕ ਕਲਯੁਗ ਦਾ ਸਮਾਂ ਹੈ। ਬੰਦੇ ਨੂੰ ਦੁਖੀ ਕਰ ਮਾਰਦੇ ਹਨ। ਉਹ ਵਿਚਾਰਾ ਔਖਾ ਸੌਖਾ ਹੋ ਕੇ ਪਹਿਲਾਂ ਦਾ ਆਪਦਾ ਜਗਾੜ ਕਰਦਾ। ਕੀ ਹੋ ਰਿਹਾ? ਸਪਾਰਕਿੰਗ ਹੋ ਰਹੀ। ਮਸਾਂ ਜਗ੍ਹਾ ਜੁਗਾ ਲਈਦੀ ਹੈ। ਉਹਦੇ ਤੋਂ ਬਾਅਦ ਤੇ ਫਿਰ ਕਾਗਜ਼ ਪੱਤਰ ਦਾ ਤੇ ਫਿਰ ਉਹ ਲੋਕ ਉਹ ਵਾਧੂ ਦਾ ਚਾਹੁੰਦੇ ਹਨ। ਇਹ ਜਿਹੜੇ 5 ਕਾਮਾਦਿਕ ਨੇ, ਮਨ ਨੂੰ ਟਿਕਾਉਣਾ ਤਾਂ ਪਹਿਲਾਂ ਹੀ ਬੜਾ ਔਖਾ ਬਣਿਆ ਪਿਆ। ਇਹ ਫਿਰ ਵੀ ਅਜਿਹਾ ਦੁੱਖ ਦਿੰਦੇ ਨੇ, ਆਪੋ ਆਪਣੇ ਵਿਸ਼ਿਆਂ ਵੱਲ ਖਿੱਚਦੇ ਨੇ ਜੋ ਕਿਹਾ ਨਹੀਂ ਜਾ ਸਕਦਾ ਹੈ। ਹਰ ਕੇ ਲੋਗਾ ਜਦੋਂ ਕੋਈ ਗੱਲ ਸੁਣੇ ਨਾ ਤਾਂ ਫਿਰ ਲੋਕਾਂ ਦੇ ਵਿੱਚ ਪ੍ਰਚਾਰ ਕਰੀਦਾ, ਕਿਉਂਕਿ ਸਾਰੇ ਹੀ ਵਿਗੜੇ ਹੋਏ ਨੇ। ਕਿਹਦੇ ਕੋਲ ਜਾ ਕੇ ਸ਼ਿਕਾਇਤ ਲਾਉਂਗੇ? ਉਹਨੂੰ ਮਹੀਨਾ ਪਹਿਲਾਂ ਹੀ ਪਹੁੰਚਦਾ ਹੈ ਤੇ ਉਹ ਫਿਰ ਉਹ ਪੱਤਰਕਾਰ ਸਪੀਕਰ ਲੈ ਕੇ ਲੋਕਾਂ 'ਚ ਖੜ ਕੇ ਬੋਲਦੇ ਨੇ ਵੀ ਆਹ ਵੇਖ ਲਓ, ਇਹਨੇ ਆਹ ਕੀਤਾ, ਉਹ ਕੀਤਾ। ਜਦ ਜਨਤਾ 'ਚ ਬਦਨਾਮੀ ਹੋ ਜਾਏ ਫਿਰ ਬੰਦਾ ਮੂੰਹ ਲੁਕਾਉਂਦਾ, ਫਿਰ ਡਰਦਾ ਹੈ ਵੀ ਹੁਣ ਕਿਤੇ ਮੇਰੀ ਕੁਰਸੀ ਖੁੱਸ ਨਾ ਜਾਏ। ਇਉਂ ਜਦ ਹੁਣ ਕੋਈ ਸਾਡੀ ਸੁਣਦਾ ਹੀ ਨਹੀਂ ਹੈ। ਕਾਮ ਆਦਿਕ ਜਿਹੜੇ ਵਿਕਾਰ ਨੇ ਉਹ ਬੜੇ ਪ੍ਰਬਲ ਦੁੱਖ ਦੇ ਰਹੇ ਨੇ। ਤੇ ਫਿਰ ਭਾਜ ਪੜੋ ਹਰ ਸਰਨ, ਆਪਾਂ ਹਰੀ ਦੀ ਸ਼ਰਨ, ਹਰੀ ਦੇ ਜਿਹੜੇ ਲੋਕ ਨੇ ਸੰਤਾਂ ਮਹਾਤਮਾ ਕੋਲ ਆ ਕੇ ਰੌਲਾ ਪਾਈਏ ਵੀ ਆਪਾਂ ਲੁੱਟੇ ਗਏ, ਮਾਰੇ ਗਏ, ਉਹ ਸਾਨੂੰ ਬਚਾਓ। ਤੇ ਫਿਰ ਉਹਨਾਂ ਲੋਕਾਂ ਦੇ ਪ੍ਰਭਾਵ ਕਰਕੇ ਜਿਹੜੇ ਕਾਮ ਆਦਿਕ ਨੇ ਜੋੜੇ ਘਰ 'ਚ ਹੀ ਖੜੇ ਰਹਿੰਦੇ ਨੇ, ਡਰ ਡੁਰ ਕੇ ਖਹਿੜਾ ਛੱਡ ਦਿੰਦੇ ਨੇ। ਇਹ ਹਰੀ ਪਰਮੇਸ਼ਰ ਦੇ ਲੋਕੋ, ਇਹ ਸੰਤ ਜਨੋ, ਮੇਰੇ ਤਾਈਂ ਆ ਜਿਹੜਾ ਪਟਵਾਰੀ ਹੈ, ਆ ਜਿਹੜਾ SHO ਹੈ, ਆ ਜਿਹੜਾ ਨੰਬਰਦਾਰ ਹੈ, ਆ ਜਿਹੜਾ ਕਾਨੂੰਗੋ ਹੈ, ਆ ਜਿਹੜਾ ਤਹਿਸੀਲਦਾਰ ਹੈ, ਇਹ ਬੜਾ ਤੰਗ ਕਰਦਾ ਹੈ। ਇਹ ਹਿਸਾਬ ਕਿਤਾਬ ਰੱਖਣ ਵਾਲਾ, ਇਹ ਜਿਹੜਾ ਧਰਮ ਰਾਜਾ ਰੂ ਪਟਵਾਰੀ ਹੈ। ਕਉ ਨੀਤ ਡਸੈ ਪਟਵਾਰੀ, ਇਹ ਨਿਤਾ ਪ੍ਰਤੀ ਮੈਨੂੰ ਡੰਗਦਾ ਹੈ, ਤਾੜਦਾ ਹੈ, ਦੁੱਖ ਦਿੰਦਾ ਹੈ। ਜਾਂ ਮਨੁੱਖਾ ਜਨਮ ਦੀ ਪਟਵਾਰੀ, ਮਨੁੱਖਾ ਜਨਮ ਦੀ ਵਾਰੀ ਨੂੰ ਸੰਸਾਰ ਵੱਲ ਪੁੱਟਣ ਭਾਵ ਲੈ ਕੇ ਜਾਣ ਵਾਲੇ, ਕਾਮ ਕ੍ਰੋਧ ਵਿੱਚ ਲਾਉਣ ਵਾਲਾ ਧਰਮ ਰਾਜਾ ਬਹੁਤ ਦੁੱਖ ਦਿੰਦਾ ਹੈ। ਆਨੇ ਬਹਾਨੇ ਆ ਕੇ ਤੇ ਉਹ ਕੁੱਕੜ ਤੇ ਬੋਤਲ ਮੰਗਦੇ ਤੇ ਮਾਇਆ ਤੇਲਾ ਚਾਹੁੰਦੇ ਹਨ ਵੀ ਤੇਰਾ ਨਾਂ ਹੁਣ ਨਵੇਂ ਰਜਿਸਟਰ ਤੇ ਚੜਾਉਣਾ। ਉਹ ਪੁਰਾਣੇ ਹੋ ਗਏ, ਹੁਣ ਨਵੇਂ ਦੀ ਡਿਊਟੀ ਆਈ, ਹੁਣ ਮੈਨੂੰ ਵੀ ਕੁਛ ਦੇ। ਤੋ ਇਸ ਤਰੀਕੇ ਦੇ ਨਾਲ ਨਿਸ਼ਾਨਦੇਹੀ ਕਰਨ ਦੇ ਬਹਾਨੇ, ਨਾ ਪਤਾ ਚੜਾਉਣ ਦੇ ਬਹਾਨੇ ਐਵੇਂ ਗਿਣਤੀਆਂ ਮਿਣਤੀਆਂ ਕਰੀ ਜਾਣਗੇ, ਕੋਈ ਨਾ ਕੋਈ ਨੁਕਸ ਕੱਢ ਦੇਣਗੇ। ਬੰਦਾ ਵਿਚਾਰਾ ਘਬਰਾ ਜਾਊਗਾ ਵੀ ਕਿੱਥੇ ਫੇਰੇ ਮਾਰ ਜੁੱਤੀਆਂ ਤੜਾਵਾਂਗੇ, ਟਾਈਮ ਖਰਾਬ ਕਰਾਂਗੇ, ਜੋ ਮੰਗਦਾ ਇਹਨੂੰ ਦੇ ਕੇ ਮਗਰੋਂ ਲਾਓ। ਤੇ ਇਸ ਤਰ੍ਹਾਂ ਸੋ ਕਈ ਵਾਰ ਦੁਖੀ ਹੋ ਕੇ ਤੇ ਹਰੀ ਦੇ ਸੰਤਾਂ ਕੋਲ ਅਰਦਾਸ ਕਰੀਏ ਜਾਂ ਗੁਰਸਿੱਖ ਕਰਦੇ ਨੇ ਕਿ ਧਰਮ ਰਾਜਾ ਸਾਨੂੰ ਲੇਖਾ ਮੰਗਣ ਰੂਪ, ਹਿਸਾਬ ਕਿਤਾਬ ਕਰਨ ਰੂਪ ਬੜਾ ਦੁੱਖ ਦੇ ਰਿਹਾ ਹੈ। ਉਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ, ਜੇ ਕੋਈ ਆਵਾਜ਼ ਨਾ ਸੁਣੇ, ਬਹੁਤੀ ਭੀੜ ਹੋਵੇ ਤੇ ਬਾਹਾਂ ਉੱਪਰ ਕਰਕੇ ਪੁਕਾਰ ਕਰੀਦੀ ਆ ਵੀ ਉਹ ਲੋਕੋ ਮੈਨੂੰ ਬਚਾ ਲਓ। ਵੱਡੇ ਨੂੰ ਆਵਾਜ਼ ਮਾਰੀ ਦੀ, ਗੁਰੂ ਸਾਹਿਬ ਸਭ ਤੋਂ ਵੱਡੇ ਨੇ। ਸੋ ਹੁਣ ਉੱਪਰ ਨੂੰ ਬਾਂਹ ਕਰਕੇ ਆਪਣੀ ਬਿਰਤੀ ਰੂਪ ਬਾਂਹ ਨੂੰ ਸੰਸਾਰਕ ਪਦਾਰਥ ਵੱਲੋਂ ਵੈਰਾਗ ਦੇ ਸਹਿਤ ਉਪਰਾਮ ਕਰਨ ਉੱਪਰ ਚੁੱਕ ਕੇ ਮੈਂ ਆਪਣੇ ਗੁਰੂ ਕੋਲ ਚਿੱਤ ਦੀ ਬਿਰਤੀ ਸਨਮੁਖ ਕਰਕੇ ਪੁਕਾਰਨਾ ਕੀਤਾ ਹੈ। ਜਿਨ ਹਉ ਲਿਆ ਉਬਾਰੀ, ਤਿਨਾਂ ਗੁਰਾਂ ਨੇ ਮੈਨੂੰ ਇਹਨਾਂ ਹਾਕਮਾਂ ਤੋਂ ਧਰਮ ਰਾਜੀ ਕੋਲੋਂ ਬਚਾ ਲਿਆ ਹੈ। ਜਿੱਥੇ ਮਰਜੀ ਗੁਰੂ ਘਰ ਦਾ ਨਾਂ ਸਰਵਣ ਕਰਾ ਦਿਓ ਤੇ ਉਹ ਬਾਣਾ ਮਹਾਰਾਜ ਦੀ ਨਿਸ਼ਾਨੀ, ਮਹਾਰਾਜ ਦਾ ਨਾਮ ਵੇਖ ਕੇ ਛੱਡ ਕੇ ਪਰੇ ਹੋ ਜਾਂਦੇ ਨੇ। ਮੈਨੂੰ ਇੱਕ ਬਹੁਤ ਗੱਲ ਯਾਦ ਹੈ। ਮੈਟ੍ਰਿਕ ਦੇ ਪੇਪਰ ਸੀਗੇ, ਬੋਰਡ ਦੇ ਪੇਪਰ ਹੁੰਦੇ ਸੀ ਤੇ ਲੈਂਡ ਸੁਪਰਡੈਂਟ, ਪੇਪਰ ਲੈਣ ਵਾਲੇ ਸੁਪਰਵਾਈਜ਼ਰ, ਸਾਰਾ ਸਟਾਫ ਬਾਹਰੋਂ ਆਉਂਦਾ ਸੀ। ਸਕੂਲ ਸਾਡਾ ਆਪਣਾ ਤੇ ਕੁਰਸੀਆਂ ਮੇਜ਼ ਸਾਡੇ ਆਪਣੇ।
ਤੇ ਬੰਦੇ ਬਾਹਰੋਂ ਆਏ ਹੋਏ। ਮੈਂ ਆਪਦੇ ਧਿਆਨ ਦੇ ਵਿੱਚ ਮਗਨ ਸੀਗਾ। ਗੁਰਸਿੱਖ ਬੰਦਾ ਜੋ ਸਾਡੀ ਲਾਈਨ ਦੇ ਵਿੱਚ ਸੀ, ਤੇ ਆ ਕੇ ਕਹਿਣ ਲੱਗਾ ਵੀ ਆ ਜੋ ਕਾਰਡਬੋਰਡ ਹੈ ਜਿਹਨੂੰ ਆਪਾਂ ਗੱਤਾ ਬੋਲਦੇ, ਵੀ ਇਹ ਮੈਨੂੰ ਦੇ ਦੇ। ਮੈਂ ਕਿਹਾ ਜੀ ਸਰ ਜੀ ਮਹਾਰਾਜ, ਵੀ ਇਹਨਾਂ ਦਿਨਾਂ ਨੂੰ ਆਪਾਂ ਡੀਕਦੇ ਥੱਕ ਗਏ, ਹੰਭ ਗਏ, ਆ ਹੁਣ ਦਿਨ ਆਏ ਨੇ ਤੇ ਘਰ ਤੋਂ ਬੜਾ ਸਵਾਰ ਕੇ ਧੂਪ ਦਿਖਾਉਂਦੇ ਰਹੇ ਰੋਜ਼, ਵੀ ਇਹ ਸਾਡੇ ਕੰਮ ਆਊਗਾ, ਤੇ ਹੁਣ ਕੰਮ ਆਉਣ ਦੇ ਟਾਈਮ ਤੇ ਤੁਹਾਨੂੰ ਕਿਵੇਂ ਦਈਏ? ਸਿੱਧਾ ਜਵਾਬ ਦਿੱਤਾ ਠੋਕ ਕੇ ਪੰਜਾਬੀ 'ਚ। ਕਹਿੰਦਾ ਹੈ? ਮੈਂ ਕਿਹਾ ਜੀ ਵੀ ਇਹ ਮੇਰਾ ਹੈ ਤੇ ਆਪਦੇ ਕੰਮ ਵਾਸਤੇ ਮੈਂ ਲਿਆਂਦਾ ਹੈ, ਤੁਹਾਨੂੰ ਕਿਵੇਂ ਦਈਏ? ਉਹਦਾ ਕੋਈ ਆਪਣਾ ਬੰਦਾ ਜਿਹਨੂੰ ਉਹਨੇ ਪੇਪਰ ਕਰਾਉਣਾ ਸੀ, ਪਤਾ ਨਹੀਂ ਅਸਲੀ ਹੋਵੇਗਾ ਜਾਂ ਕਿਸੇ ਨੂੰ ਕਿਸੇ ਜਗ੍ਹਾ ਤੇ ਬਿਠਾਇਆ ਹੋਵੇਗਾ, ਉਹਦੀ ਸੀਟ ਥੱਲੇ ਸੀ, ਉਹਨੂੰ ਡੈਸਕ ਨਹੀਂ ਮਿਲਿਆ। ਬੰਦੇ ਜ਼ਿਆਦੇ ਹੋ ਗਏ, ਸਟੂਡੈਂਟ, ਡੈਸਕ ਘੱਟ ਗਏ। ਕਹਿੰਦਾ ਤੂੰ ਡੈਸਕ ਦੇ ਉੱਪਰ ਹੈ, ਉੱਪਰ ਲਿਖ ਕੇ ਕਰ ਲਏਗਾ। ਤੇ ਉਹ ਵਿਚਾਰਾ ਥੱਲੇ ਬੈਠਾ ਹੈ। ਤੇ ਮੈਂ ਕਿਹਾ ਵੀ ਉਹ ਆਪ ਦਾ ਪ੍ਰਬੰਧ ਪਹਿਲਾਂ ਕਰਦਾ, ਉਹਨੂੰ ਪਤਾ ਨਹੀਂ ਸੀ। ਤੇ ਮੇਰੀ ਇਹ ਬੇਨਤੀ ਹੈ ਜੀ ਵੀ ਮੈਨੂੰ ਜਾਂਚ ਨਹੀਂ ਹੈ, ਕਿਉਂਕਿ ਘਾਹ ਤੇ ਬਹਿ ਕੇ ਟਾਲੀ ਥੱਕੇ ਤਾਂ ਪੜ੍ਹਦੇ ਰਹੇ, ਡੈਸਕ ਤੇ ਤਾਂ ਬੈਠੇ ਨਹੀਂ ਆ, ਤਾਂ ਹੁਣ ਹੀ ਦਰਸ਼ਨ ਹੋਏ ਨੇ। ਵੀ ਲਿਖਣ ਦੀ ਜਾਂਚ ਨਹੀਂ ਹੈ ਡੈਸਕ ਤੇ, ਸੁਭਾਅ ਹੀ ਨਹੀਂ ਹੈ। ਉਹ ਖਹਿੜੇ ਪੈ ਗਿਆ ਜੀ। ਮੈਂ ਹੱਥ ਜੋੜੇ ਬੇਨਤੀ ਕੀਤੀ ਵੀ ਮੇਰਾ ਖਹਿੜਾ ਛੱਡੋ। ਉਹ ਪਹਿਲਾਂ ਤਾਂ ਕਸ਼ਮਕਸ਼ 'ਚ ਅੱਧਾ ਘੰਟਾ ਲੰਘ ਗਿਆ, ਤੇ ਉਹ ਫਿਰ ਇੰਨਾ ਜਹਿਲ ਸੀ, ਇੰਨੀ ਈਗੋ, ਇੰਨੀ ਈਰਖਾ, ਇੰਨਾ ਕ੍ਰੋਧ, ਮੈਂ ਵੇਖ ਕੇ ਹੈਰਾਨ ਹੋ ਗਿਆ। ਉਹ ਜਦੋਂ ਵੀ ਆਏ ਕਹਿੰਦਾ ਉੱਠ ਕੇ ਖਲੋ, ਖੜਾ ਕਰ ਲੈਣਾ, ਲੱਭਣਾ ਕੁਛ ਵੀ ਨਹੀਂ, ਕਿਉਂਕਿ ਮਹਾਰਾਜ ਦੀ ਕਿਰਪਾ ਨਾਲ ਆਉਂਦਾ ਤਾਂ ਸਭ ਕੁਝ ਹੀ ਸੀਗਾ। ਪਰਚੀਆਂ ਤੇ ਨਕਲ ਦੀ ਉਸ ਬੰਦੇ ਨੂੰ ਲੋੜ ਹੁੰਦੀ ਜਿਹਨੇ ਪੜ੍ਹਿਆ ਨਾ ਹੋਵੇ, ਤੇ ਉਹ ਮਿੰਟ ਕੁ ਬਾਅਦ ਖੜੇ ਕਰ ਦੇਣਾ, ਲੱਭਣਾ ਕੁਛ ਵੀ ਨਹੀਂ, ਫਿਰ ਚੱਲ ਜਾਣਾ। ਉਹ ਤੀਜੀ ਕੁ ਵਾਰ ਆਇਆ, ਮੈਂ ਹੈਰਾਨ ਹੋ ਗਿਆ। ਮੈਂ ਕਿਹਾ ਵੀ ਮਹਾਰਾਜ, ਵੀ ਹੁਣ ਇਹਨੂੰ ਕੁਝ ਸਮੱਤ ਬਖਸ਼, ਅੱਧਾ ਟਾਈਮ ਦਾ ਲੰਘ ਗਿਆ, ਅੱਧਾ ਰਹਿ ਗਿਆ। ਗੁਰੂ ਸਾਹਿਬ ਦੀ ਤਾਕਤ ਵੇਖੋ, ਮਹਾਰਾਜ ਦੇ ਨਾਮ ਦੀ, ਬਾਣੀ ਦੀ, ਉਹਦੀ ਨਿਸ਼ਾਨੀ ਦੀ ਤਾਕਤ ਵੇਖੋ। ਨਿਸ਼ਾਨੀ ਤੁਹਾਡੇ ਕੋਲ ਹੋਵੇ ਸਹੀ। ਤੇ ਮੈਂ ਸੱਚਮੁੱਚ ਕਰਾਮਾਤ ਵੇਖੀ ਵੀ ਮਰਿਆਂ ਤੋਂ ਬਾਅਦ ਤਾਂ ਭਲਾ ਕਿਨ ਵੇਖਿਆ, ਤੇ ਜਿਉਂਦਿਆਂ ਤੁਸੀਂ ਪਰਤਾ ਸਕਦੇ ਹੋ। ਅੰਮ੍ਰਿਤ ਛਕਿਆ ਸੀ 9ਵੀਂ ਕਲਾਸ ਤੋਂ ਬਾਅਦ, ਇਹ ਗੱਲ ਸੁਣਾ ਰਿਹਾ 10ਵੀਂ ਦੀ। ਤੇ ਕਿਰਪਾਨ ਆਪਾਂ ਵੱਡੀ ਹੋਈ ਪਾਈ ਹੈ, 9 ਇੰਚੀ ਤੋਂ ਘੱਟ ਨਹੀਂ ਪਾਈ ਸੀ, ਕੁਦਰਤ ਵੱਲੋਂ ਥੱਲੇ ਦੀ, ਉਹਨੂੰ ਦੇਖੀ ਨਹੀਂ। ਜਦ ਤੀਜੀ ਵਾਰ ਤਲਾਸ਼ੀ ਲੈਣ ਆਇਆ ਤਾਂ ਕਿਰਪਾਨ ਉਹਦੇ ਹੱਥ 'ਚ ਆ ਗਿਆ। ਉਹ ਗੁਰਸਿੱਖ ਸੀਗਾ, ਅੰਮ੍ਰਿਤਧਾਰੀ ਸੀਗਾ। ਉਹਨੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕਕਾਰ ਦਾ ਸਤਿਕਾਰ ਕਰਦਿਆਂ ਹੋਇਆਂ ਤੇ ਮੈਨੂੰ ਸਿਰ ਝੁਕਾਇਆ ਤੇ ਹੱਥ ਜੋੜ ਕੇ ਮਾਫੀ ਮੰਗੀ। ਕਹਿਣ ਲੱਗਾ ਵੀ ਮੈਂ ਫਜ਼ੂਲ ਦਾ ਤੈਨੂੰ ਪਰੇਸ਼ਾਨ ਕੀਤਾ, ਕੀ ਤੂੰ ਅੰਮ੍ਰਿਤ ਛਕਿਆ? ਮੈਂ ਕਿਹਾ ਜੀ ਇਹ ਤਾਂ ਸਾਲ 1.5 ਸਾਲ ਹੋ ਗਿਆ। ਕਹਿੰਦੇ ਲੈ ਹੁਣ ਫੜ, ਉਹ ਪਰਚੀਆਂ ਆਪ ਲਿਆ ਦੇਵੇ। ਮੈਂ ਫਿਰ ਹੱਥ ਜੋੜਾਂ ਵੀ ਮਹਾਰਾਜ ਵੀ ਮੈਨੂੰ ਤਾਂ ਸਭ ਕੁਝ ਆਉਂਦਾ। ਕਹਿੰਦੇ ਨਹੀਂ, ਮੈਂ ਜਿਸ ਤਰ੍ਹਾਂ ਕਹਿੰਦਾ ਉਸ ਤਰ੍ਹਾਂ ਕਰ। ਉਹ ਇੰਨਾ ਮਿੱਤਰ ਬਣਿਆ, ਮਹਾਰਾਜ ਦੀ ਕਿਰਪਾਨ ਵੇਖ ਕੇ ਮੈਂ ਹੈਰਾਨ ਰਹਿ ਗਿਆ। ਤੇ ਇਸ ਵਾਸਤੇ ਨਾ ਬੰਦਾ ਕਿਸੇ ਨੂੰ ਦੱਸਣ ਜੋਗਾ, ਨਾ ਕੋਈ ਬੇਨਤੀ ਕਰਨ ਜੋਗਾ, ਸਮਾਂ ਹੀ ਐਸਾ। ਪਰ ਗੁਰੂ ਸਾਹਿਬ ਦੀ ਵੇਖੋ ਨਿਸ਼ਾਨੀ ਦੀ ਇਹ ਤਾਕਤ ਹੈ। ਜਿੱਥੇ ਮਹਾਰਾਜ ਦਾ ਨਾਮ ਲੈ ਦਿਓ, ਜਿੱਥੇ ਉਹਨਾਂ ਦੇ ਬਾਣੀ ਦੇ ਦਰਸ਼ਨ ਕਰਾ ਦਿਓ, ਉੱਥੇ ਬੰਦੇ ਰਾਹ ਛੱਡ ਕੇ ਲਾਂਭੇ ਹੋ ਜਾਂਦੇ ਨੇ। ਕਿਤੇ ਪਤਿਆ ਕੇ ਵੇਖ ਲਿਓ। ਇਸ ਲਈ ਮੈਂ ਤਾਂ ਆਪਦੇ ਗੁਰੂ ਅੱਗੇ ਅਰਦਾਸ ਕਰਦਾ ਹਾਂ ਵੀ ਮਹਾਰਾਜ ਕਿਰਪਾ ਕਰ, ਮੇਰੀ ਰੱਖਿਆ ਕਰ। ਇਹ ਸੰਸਾਰ ਦੇ ਵਿੱਚ ਜਿਉਣਾ, ਲੋਕਾਂ ਦੇ ਨਾਲ ਵਰਤਣਾ ਔਖਾ ਬੜਾ ਹੈ। ਕਿਰਪਾ ਕਰਕੇ ਸਾਡੀ ਮਦਦ ਕਰ, ਸਾਡੀ ਰੱਖਿਆ ਕਰ। ਤੇ ਗੁਰੂ ਸਾਹਿਬ ਨੇ ਆਪ ਦਾ ਬਿਰਦ ਸੰਭਾਲਿਆ
ਉਹਨਾਂ ਦੀ ਕਿਰਪਾ ਹੋਈ ਹੈ। ਤਿਨ ਹਉ ਲਿਆ ਉਬਾਰੀ। ਜਦ ਮੈਂ ਉੱਪਰ ਬਾਂਹ ਕਰਕੇ ਗੁਰਾਂ ਦੇ ਕੋਲ ਪੁਕਾਰ ਕੀਤੀ, ਮਤਲਬ ਚਿੱਤ ਦੀ ਬਿਰਤੀ ਸਨਮੁਖ ਕਰਕੇ ਪੁਕਾਰਿਆ, ਤਾਂ ਉਹਨਾਂ ਗੁਰਾਂ ਨੇ ਮੈਨੂੰ ਇਹਨਾਂ ਹਾਕਮਾਂ ਤੋਂ, ਇਹਨਾਂ ਧਰਮ ਰਾਜੇ ਤੋਂ ਬਚਾ ਲੈਣਾ ਕੀਤਾ ਹੈ। ਬੰਦੇ ਦੀ ਪਹਿਚਾਣ, ਭਾਵੇਂ ਉਹ ਪੱਗ ਵਾਲਾ ਹੈ, ਦਾੜੀ ਵਾਲਾ, ਅੰਮ੍ਰਿਤਧਾਰੀ ਹੈ, ਤੇ ਭਾਵੇਂ ਉਹ ਕੋਨਾ ਹੈ, ਪਹਿਚਾਣ ਉਹਦੀ ਉਦੋਂ ਹੁੰਦੀ ਜਦੋਂ ਕੁਰਸੀ ਤੇ ਬੈਠਾ ਹੋਵੇ, ਜਦ ਉਹਦੇ ਕੋਲ ਪਾਵਰ ਹੋਵੇ। ਪੈਸੇ ਦੀ ਪਾਵਰ ਹੈ, ਕੁਰਸੀ ਦੀ ਪਾਵਰ ਹੈ, ਫਿਰ ਪਤਾ ਲੱਗਦਾ ਹੈ ਵੀ ਕਿੰਨਾ ਕਿ ਗੁਰੂ ਜੀ ਦਾ ਸਿੱਖ ਹੈ। ਤੋ ਇਸ ਵਾਸਤੇ ਮਹਾਰਾਜ ਦੀ ਕਿਰਪਾ ਹੋਈ ਹੈ। ਗੁਰੂ ਸਾਹਿਬਾਨ ਨੇ ਉਹਨਾਂ ਹਾਕਮਾਂ ਦੇ ਹੁਕਮ ਤੋਂ ਸਾਨੂੰ ਕਿਰਪਾ ਕਰਕੇ ਬਚਾ ਲੈਣਾ ਕੀਤਾ, ਜੋ ਜ਼ਬਰਦਸਤੀ ਜਾਂ ਜ਼ੁਲਮ ਆਦਿ ਕਰਦੇ, ਉਹਨਾਂ ਤੋਂ ਬਚਾ ਲਿਆ ਹੈ। ਬਚਾਉਣ ਦਾ ਤਰੀਕਾ ਤੀਸਰੇ ਪਦ ਵਿੱਚ ਦੱਸਣਗੇ। ਇਹ ਰਹਾਉ ਵਾਲੀ ਪੰਕਤੀ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਹਨ। ਨਾਉ ਡਾਡੀ ਦਸ ਮੁਸੰਫ ਧਾਵੈ। ਮੁਨਸਫ ਧਾਵੈ, ਨੌ ਡਾਡੀ, ਨੌ ਗੋਲਕਾਂ, ਡਾਡੀ ਜਰੀਬ, ਕਸ ਜ਼ਮੀਨ ਨੂੰ ਮਾਪਣ ਵਾਲੇ ਨੇ, ਅਤੇ ਦਸੇ ਇੰਦਰੇ ਮੁਨਸਫ ਇਨਸਾਫ ਕਰਨ ਵਾਲੇ ਨੇ। ਇਹ ਧਾਵੈ ਆਪੋ ਆਪਣੇ ਵਿਸ਼ਿਆਂ ਵੱਲ ਦੌੜਦੇ ਹਨ। ਰਈਅਤ ਬਸਨ ਨਾ ਦੇਹੀ। ਜੋ ਸ਼ੁਭ ਗੁਣਾ ਰੂਪੀ ਪਰਜਾ ਨੂੰ ਹਿਰਦੇ ਵਿੱਚ ਵਸਣ ਨਹੀਂ ਦਿੰਦੇ, ਠਹਿਰ ਨਹੀਂ ਦਿੰਦੇ ਹਨ। ਡੋਰੀ ਪੂਰੀ ਮਾਪਹਿ ਨਾਹੀ। ਇਹ ਮਿਣ ਵਾਲੀ ਜਿਹੜੀ ਡੋਰੀ ਰੱਸੀ ਹੈ, ਪੂਰੀ ਨਹੀਂ ਮਿਣਦੇ। ਇਹਨਾਂ ਕੋਲ ਘੁੰਡੀਆਂ ਬੜੀਆਂ ਹੁੰਦੀਆਂ, ਪਟਵਾਰੀਆਂ ਕੋਲ। ਚੰਗੇ ਭਲੇ ਬੰਦੇ ਦੀ ਜ਼ਮੀਨ ਘਟਾ ਦਿੰਦੇ, ਤੇ ਜਿਹਨੇ ਤਿਲ ਫੁੱਲ ਦੇ ਦਿੱਤਾ ਉਹਦੀ ਵਧਾ ਦਿੰਦੇ। ਪਾਪ ਪ੍ਰਾਲਬਧ ਉੱਪਰ ਪ੍ਰਸੰਨ ਨਹੀਂ ਰਹਿਣ ਦਿੰਦੇ। ਇਹ ਕਾਮ ਆਦਿਕ ਪਟਵਾਰੀ ਬਹੁਤ ਵਿਸ਼ਿਆਂ ਰੂਪ ਬਹੁ ਬਿਸਟਾਲਾ ਲੇਹੀ। ਇਹ ਵੱਢੀ ਲੈਂਦੇ ਨੇ, ਭਾਵ ਮਨ ਨੂੰ ਵਿਸ਼ਿਆਂ 'ਚ ਲਾ ਕੇ ਪਰਮਾਰਥ ਵੱਲੋਂ ਟਾਲ ਦਿੰਦੇ ਨੇ। ਅੱਜ ਕੱਲ੍ਹ NRI ਵਿੰਗ ਸਪੈਸ਼ਲ ਬਣੇ ਹੋਏ ਨੇ। ਕਾਹਦੇ ਵਾਸਤੇ? ਬੰਦਾ ਬਾਹਰ ਗਿਆ, ਮੁੜ ਕੇ ਨਹੀਂ ਆਇਆ, ਤੇ ਮਗਰਲਿਆਂ ਨੇ ਬਿਲਕੁਲ ਹੀ ਕਾਗਜ਼ ਸਾਫ਼ ਕਰ ਦਿੱਤੇ ਲੈ ਦੇ ਕਰਕੇ। ਪਤਾ ਨਹੀਂ ਕਿਸ ਤਰ੍ਹਾਂ ਫੋਟੋਆਂ ਲਵਾਉਂਦੇ, ਸਿਗਨੇਚਰ ਗਵਾਹ ਕਿੱਥੋਂ ਪੇਸ਼ ਕਰਦੇ, ਕੀ ਫਰਦਾਂ ਕਿਵੇਂ, ਤੇ ਡੁਪਲੀਕੇਟ ਹੀ ਸਭ ਕੁਛ ਲੋਨ ਲੈ ਕੇ ਤੇ ਮੁੜ ਕੇ ਦੌੜ ਜਾਣਾ। ਇਉਂ ਬੜਾ ਕੁਛ ਸੰਸਾਰ ਵਿੱਚ ਚੱਲਦਾ ਹੈ। ਇਹ ਹੋ ਰਿਹਾ ਹੈ, ਸਭ ਕੁਝ ਸਹੀ ਹੈ। ਕਬੀਰ ਸਾਹਿਬ ਜੀ ਨੇ ਉਦਾਹਰਨ ਦੇ ਕੇ ਤੇ ਕਾਮ ਕ੍ਰੋਧ ਵੱਲ ਗੱਲ ਲਾਈ ਹੈ। 72 ਘਰ ਇੱਕ ਪੁਰਖ ਸਮਾਇਆ। ਸਤਿਗੁਰੂ ਜੀ ਨੇ ਸਾਨੂੰ ਕਿਵੇਂ ਬਚਾਇਆ ਹੈ। 72 ਕਰੋੜ 72 ਲੱਖ 72 ਹਜ਼ਾਰ ਤੇ 202 ਨਾੜੀਆਂ ਸਾਡੇ ਸਰੀਰ ਦੇ ਅੰਦਰ ਹਨ। ਕਈ ਵਿਦਵਾਨਾਂ ਨੇ 72 ਕਰੋੜ 72 ਲੱਖ 10,000 ਤੇ 201 ਨਾੜੀਆਂ ਮੰਨੀਆਂ ਨੇ। ਤੇ ਇਉਂ 72 ਕਰੋੜ 72 ਲੱਖ 72 ਹਜ਼ਾਰ 202 ਨਾੜੀਆਂ, 72 ਮੋਟੀਆਂ ਨਾੜੀਆਂ। ਇਸ ਵਾਲੇ ਸਰੀਰ ਰੂਪੀ ਘਰ ਦੇ ਵਿੱਚ ਇੱਕ ਪੁਰਖ ਸਮਾਇਆ, ਇੱਕ ਅਦਵੈਤ ਰੂਪੀ ਪਰਿਪੂਰਨ ਪਰਮਾਤਮਾ ਸਮਾਇਆ ਹੋਇਆ ਹੈ। ਉਨ ਦੀਆ ਨਾਮ ਲਿਖਾਈ। ਉਹਨਾਂ ਗੁਰਾਂ ਨੇ ਸਾਡੇ ਹਿਰਦੇ ਤੇ ਵਾਹਿਗੁਰੂ ਨਾਮ ਲਿਖ ਦਿੱਤਾ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਪੂਰਨ ਪ੍ਰਭੂ ਦਾ ਨਾਮ ਲਿਖਾ ਦਿੱਤਾ, ਜਣਾ ਦਿੱਤਾ। ਸਾਡੇ ਮੱਥੇ ਤੇ ਇੱਕ ਓੰਕਾਰ ਲਿਖ ਦਿੱਤਾ ਹੈ। ਇਸੇ ਪ੍ਰਕਾਰ 72 ਘਰ ਇੱਕ ਪੁਰਖ ਸਮਾਇਆ। ਉਨ ਦੀਆ ਨਾਮ ਲਿਖਾਈ। ਜਦ ਉਹਨਾਂ ਗੁਰਾਂ ਦਾ ਦਿੱਤਾ ਹੋਇਆ ਨਾਮ ਹਿਰਦੇ 'ਚ ਲਿਖ ਲਿਆ, ਭਾਵ ਬਾਰੰਬਾਰ ਸਿਮਰਿਆ। ਕੋਈ ਵੀ ਬੱਚਾ ਪੇਪਰ ਖੋਲ੍ਹਣ ਤੋਂ ਪਹਿਲਾਂ ਮੂਲ ਮੰਤਰ ਦਾ 5 ਵਾਰ ਪਾਠ ਕਰੇ। ਕੋਈ ਵੀ ਕਾਰੋਬਾਰ ਵਾਲਾ, ਕੋਈ ਵੀ ਕੰਮ ਕਰਾਉਣ ਵਾਲਾ, ਕਿਸੇ ਵੀ ਆਫੀਸਰ, ਜੱਜ, ਵਕੀਲ, ਕਿਸੇ ਵੀ ਅਹੁਦੇਦਾਰ ਦੇ ਸਾਹਮਣੇ ਜਾ ਕੇ ਸੋ ਗੁਰਬਾਣੀ ਦੇ ਸ਼ਬਦਾਂ ਦਾ ਪਾਠ ਕਰੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ।
ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਵਾਹਿਗੁਰੂ। ਗੌੜੀ ਮਹੱਲਾ ਪੰਜਵਾ। ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ। ਬਾਦਸ਼ਾਹ ਰੱਬ ਨੇ ਬਣਾਏ ਨੇ, ਸਾਹ ਸਭ ਵਸ ਕਨ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ। ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓੜ ਪਕਰੀ ਪ੍ਰਭ ਸੁਆਮੀ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਾਡੀ ਫੌਜ ਦਾ ਜਨਰਲ ਸ਼ੁਭੇਗ ਸਿੰਘ, ਉਹਨਾਂ ਦੀ ਸ਼ਖਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹਨਾਂ ਦੇ ਪੈਰਾਂ ਜਾ ਕੇ ਡਿੱਗ ਪਿਆ ਵੀ ਦੱਸੋ ਬਾਬਾ ਜੀ ਸੇਵਾ। ਕਹਿੰਦੇ ਟਾਈਮ ਆਊਗਾ ਫੇਰ ਦੱਸਾਂਗੇ, ਤੇਰੇ ਮੁਤਾਬਕ ਹੀ ਤੈਨੂੰ ਦਿਆਂਗੇ ਤੇ ਤਗੜਾ ਰਹੀਂ। ਉਹਦੇ ਮਨ 'ਚ ਇੰਨਾ ਉਤਸ਼ਾਹ ਸੀਗਾ ਕਿ ਉਹ ਧਰਮ ਤੋਂ ਆਪਦੀ ਜ਼ਿੰਦਗੀ ਵਾਰ ਗਿਆ। ਆ ਜਿਹੜੇ ਮਾਨ ਸਾਹਿਬ ਨੇ ਇਹ DGP ਸੀਗੇ ਉਹਨਾਂ ਦਿਨਾਂ 'ਚ, ਪੁਲਿਸ ਦੇ DGP, ਤੇ ਮਹਾਂਪੁਰਖਾਂ ਦੇ ਅੱਗੇ ਹੱਥ ਜੋੜ ਕੇ ਖੜ੍ਹਦੇ ਔਰ ਅੱਜ ਵੀ ਉਹਨਾਂ ਦਾ ਜਨਮ ਦਿਨ ਮਨਾਉਂਦੇ ਹਨ। ਉਹਨਾਂ ਦੀ ਸ਼ਖਸੀਅਤ ਸੀਗੀ। ਬਾਣੀ ਪੜ੍ਹਨ ਵਾਲੇ ਗੁਰਮੁਖ ਪਿਆਰੇ ਕੁਦਰਤੀ ਤੌਰ ਤੇ ਸੋ ਉਹਨਾਂ ਦਾ ਪ੍ਰਭਾਵ ਹੁੰਦਾ ਹੈ। ਵੱਡੇ ਵੱਡੇ ਵਕੀਲ, ਵੱਡੇ ਵੱਡੇ ਇੰਜੀਨੀਅਰ, ਵੱਡੇ ਵੱਡੇ ਲੋਕ ਉਹਨਾਂ ਦੇ ਚਰਨਾਂ ਦੇ ਵਿੱਚ, ਕਦਮਾਂ ਦੇ ਵਿੱਚ ਬੈਠਦੇ ਸਨ। ਇੰਨੇ ਉਹ ਪ੍ਰਭਾਵਸ਼ਾਲੀ ਸੀਗੇ। ਤੇ ਇਸ ਵਾਸਤੇ ਇੱਕ ਪ੍ਰਭੂ ਦਾ ਨਾਮ ਸਾਡੇ ਹਿਰਦੇ 'ਚ ਸਮਾਇਆ ਹੋਇਆ ਹੈ। ਤੇ ਜਿੰਨੇ ਰੱਬ ਨੇ ਅਫਸਰ ਬਣਾਏ ਨੇ ਉਹ ਆਪਦੇ ਨਾਮ ਅੱਗੇ ਉਹਨੇ ਆਪਣੇ ਆਪ ਹੀ ਝੁਕਾ ਦਿੱਤੇ ਹਨ। ਜਨਰਲ ਜਗਜੀਤ ਸਿੰਘ ਜੀ ਜਿਨ੍ਹਾਂ ਦੇ ਮੈਂ ਦਰਸ਼ਨ ਕੀਤੇ ਨੇ ਆ ਚੰਡੀਗੜ੍ਹ, ਹੁਣ ਮੈਨੂੰ ਭੁੱਲ ਗਿਆ ਕਿਉਂਕਿ 25-30 ਸਾਲ ਹੋ ਗਏ। ਮੈਂ ਤੇ ਉਹਨਾਂ ਦੀ ਕੋਠੀ 'ਚ ਪਾਠ ਕਰਨ ਆਏ ਸੀਗੇ, ਅਖੰਡ ਪਾਠ, ਤੇ ਜਥੇ ਵਿੱਚ ਸਾਡੇ ਨਾਲ ਹੀ ਰਹਿੰਦੇ ਰਹੇ। ਮੈਂ ਉਹਨਾਂ ਨੂੰ ਸਾਰੀ ਗੱਲਬਾਤ ਪੁੱਛੀ। ਕਹਿੰਦੇ ਵੀ ਇੰਦਰਾ ਗਾਂਧੀ ਦਾ ਮੈਨੂੰ ਇੱਕ ਮਿੰਟ ਤੇ ਫੋਨ ਆਉਂਦਾ ਰਿਹਾ। ਜਿਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ, ਉਹਦੇ ਨਾਲ ਹੀ 37 ਗੁਰਦੁਆਰਿਆਂ ਤੇ ਹਮਲਾ ਕੀਤਾ ਗਿਆ ਤੇ ਨੁਕਸਾਨ ਪਹੁੰਚਾਇਆ ਗਿਆ। ਮੇਰੀ ਡਿਊਟੀ ਕਹਿੰਦੇ ਮੈਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਉਡਾਉਣ ਦੀ ਸੀਗੀ ਸੈਂਟਰ ਵੱਲੋਂ। ਤੇ ਸਾਰੀ ਡੋਗਰਾ ਪਲਟਨ, ਜਿਨ੍ਹਾਂ ਦੀ ਬੋਲੀ ਵੀ ਮੈਨੂੰ ਸਮਝ ਨਹੀਂ ਸੀ ਆਉਂਦੀ, ਉਹ ਮੇਰੇ ਨਾਲ ਸਿਪਾਹੀ ਦਿੱਤੇ ਗਏ। ਤੇ ਇੱਕ ਮਿੰਟ ਤੇ ਫੋਨ ਆਉਂਦਾ ਰਿਹਾ ਵੀ ਤੂੰ ਲੇਟ ਕਿਉਂ ਕਰ ਰਿਹਾ। ਇੱਕ ਵਾਰ ਕਹਿੰਦੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ, ਹੱਥ ਜੋੜ ਕੇ ਮੱਥਾ ਟੇਕਿਆ ਵੀ ਬਾਬਾ ਜੀ ਕੋਈ ਸੇਵਾ ਦਿਓ, ਕਿਉਂਕਿ ਫੌਜੀ ਬੰਦੇ ਬੜੇ ਧਰਮੀ ਹੁੰਦੇ, ਬੜੇ ਅਸੂਲ ਦੇ ਪੱਕੇ ਹੁੰਦੇ ਨੇ। ਤੇ ਮਹਾਂਪੁਰਖੋ ਕੋਈ ਸੇਵਾ ਦਿਓ, ਸਾਡਾ ਵੀ ਜੀ ਕਰਦਾ ਸੇਵਾ ਕਰਨ ਨੂੰ। ਕਹਿੰਦੇ ਸਮਾਂ ਆਊਗਾ ਤੈਨੂੰ ਆਪਣੇ ਆਪ ਪਤਾ ਲੱਗੂਗਾ ਕਿ ਸੇਵਾ ਦਾ ਮੌਕਾ ਹੈ। ਤੇ ਆਹ ਗੱਲ ਤੂੰ ਮੇਰੀ ਯਾਦ ਰੱਖਣੀ ਹੈ ਵੀ ਮੌਕੇ ਤੇ ਜਦ ਵਾਹਿਗੁਰੂ ਤੈਨੂੰ ਸੇਵਾ ਦਾ ਮੌਕਾ ਦੇ ਤੇ ਉਦੋਂ ਫਿਰ ਤੂੰ ਧਰਮ ਦਾ ਪੱਖ ਲੈਣਾ ਹੈ, ਦੁਨੀਆ ਦਾ ਪੱਖ ਤਿਆਗ ਕੇ ਧਰਮ ਦੀ ਸੇਵਾ ਕਰਨੀ ਹੈ। ਕਹਿੰਦਾ ਜੀ 7 ਬਚਨ। ਕਹਿੰਦੇ ਮੈਨੂੰ ਅੱਖਰ ਬਾਰ-ਬਾਰ ਯਾਦ ਆਉਂਦੇ ਸੀ ਵੀ ਮਹਾਂਪੁਰਖਾਂ ਬਚਨ ਕੀਤਾ ਸੀ, ਹੁਣ ਸੇਵਾ ਦਾ ਸਮਾਂ। ਵੀ ਇੱਥੇ ਤਾਂ ਨਿੱਕੇ ਨਿੱਕੇ ਨਿਆਣੇ ਨੇ, ਬੁੱਢੇ ਬਾਬਾ ਜੀ 90 ਸਾਲ ਦੇ ਬਾਬਾ ਠਾਕੁਰ ਸਿੰਘ, ਇਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ। ਜਿਹੜੇ ਲੜੇ ਸੋ ਮਰੇ, ਮੁਕਾਬਲੇ ਦੇ ਵਿੱਚ ਸ਼ਹੀਦੀਆਂ ਪਾ ਗਏ। ਤੇ ਬਾਬਾ ਜੀ ਨੂੰ ਕਹਿੰਦੇ ਮੈਂ ਰਿਕੁਐਸਟ ਕੀਤੀ ਵੀ ਬਾਬਾ ਜੀ ਬੇਨਤੀ ਹੈ ਵੀ ਆਹ ਗੱਲਬਾਤ ਆਹ ਵੇਖ ਲਓ, 4 ਚੁਫੇਰੇ ਕਿੰਨੀ ਫੌਜ ਲੱਗੀ ਹੋਈ ਹੈ, ਨਾ ਇਹ ਮੈਨੂੰ ਜਾਣਦੇ ਨੇ ਨਾ ਮੈਂ ਇਹਨਾਂ ਨੂੰ ਜਾਣਦਾ ਹਾਂ। ਇਹ ਸਿਰਫ ਮੇਰੇ ਇਸ਼ਾਰੇ ਦੀ ਉਡੀਕ ਵਿੱਚ ਨੇ। ਮੈਂ ਇੱਕ ਵਾਰ ਵੀ ਉਂਗਲ ਘੁਮਾਤੀ ਗੁਰਦੁਆਰੇ ਵੱਲ ਤੇ ਇਹਨਾਂ ਨੇ ਬੰਬ ਤੇ ਗੋਲੀਆਂ ਚਲਾ ਕੇ ਗੁਰਦੁਆਰਾ ਤਬਾਹ ਕਰ ਸੁੱਟਣਾ। ਮੇਰੀ ਬੇਨਤੀ ਹੈ ਵੀ ਸਾਰੇ ਬੰਦੇ ਬਾਹਰ ਆ ਜਾਓ, ਕਿਉਂਕਿ ਕੋਈ ਬਹਾਨਾ ਮੈਨੂੰ ਚਾਹੀਦਾ। ਤਲਾਸ਼ੀ ਦਾ ਬਹਾਨਾ ਬਣਾ ਦਿਓ। ਤੇ ਅੰਦਰੋਂ ਇੱਕ ਵੀ ਫੈਰ ਹੋ ਗਿਆ ਤੇ ਮੇਰੇ ਵੱਸੋਂ ਬਾਹਰ ਹੋ ਜਾਏਗਾ, ਮੇਰੇ ਆਖੇ ਨਹੀਂ ਲੱਗਣਗੇ। ਇੱਕ ਮਿੰਟ ਤੇ ਮੈਨੂੰ ਫੋਨ ਆ ਰਿਹਾ। ਬਾਬਾ ਜੀ ਨੇ ਕਹਿੰਦੇ ਮੇਰੀ ਬੇਨਤੀ ਮੰਨੀ ਤੇ ਉਹ ਬਾਹਰ ਆ ਗਏ। ਤੇ ਮੈਂ ਅੰਦਰ ਮਾੜਾ ਮੋਟਾ ਘੁਮਾ ਕੇ ਨਾਲੇ ਮਹਾਰਾਜ ਨੂੰ ਮੱਥਾ ਟੇਕਿਆ ਤੇ ਬਾਹਰ ਬਹਾਨਾ ਬਣਾਤਾ ਵੀ ਮੈਂ ਜੀ ਸਭ ਕੁਝ ਵੇਖ ਆਇਆ, ਅੰਦਰ ਤਾਂ ਕੁਛ ਵੀ ਨਹੀਂ।
ਜੋ ਮਾੜਾ ਮੋਟਾ ਉਹ ਕੱਪੜੇ ਲੀੜੇ 'ਚ ਬੰਨ੍ਹ ਕੇ ਤੇ ਇੱਕ ਜਗ੍ਹਾ 'ਤੇ ਰਖਾਤਾ। ਤੋ ਇਸ ਤਰੀਕੇ ਦੇ ਨਾਲ ਉਹ ਬਾਅਦ ਵਿੱਚ ਪਤਾ ਲੱਗਾ ਤੇ ਅਹੁਦੇਦਾਰਾਂ ਨੇ ਉਹਨੂੰ ਡਿਸਮਿਸ ਕਰ ਦਿੱਤਾ ਵੀ ਤੂੰ ਆਪਦੀ ਡਿਊਟੀ ਵਿੱਚ ਕੁਤਾਹੀ ਕੀਤੀ ਹੈ, ਜੋ ਅਸੀਂ ਕਿਹਾ ਸਾਡਾ ਹੁਕਮ ਨਹੀਂ ਮੰਨਿਆ। ਹੁਕਮ ਕੀ ਸੀਗਾ ਵੀ ਗੁਰਦੁਆਰਾ ਖਤਮ ਕਰ ਦੇਣਾ, ਸਾਡੀ ਗੱਲ ਨਹੀਂ ਮੰਨੀ। ਸੋ ਬਿਨਾਂ ਹੀ ਪੈਨਸ਼ਨ ਤੋਂ ਡਿਸਮਿਸ ਕਰਤਾ। ਇੱਕ ਵਾਰ ਕਹਿੰਦੇ ਮਨ ਦੇ ਵਿੱਚ ਆਇਆ ਵੀ ਮਨਾ ਜੇ ਆਪਾਂ ਸਰਕਾਰ ਦੇ ਵਫਾਦਾਰ ਰਹਿੰਦੇ ਤੇ ਅੱਜ ਪੌਂ 12 ਹੋਣੀਆਂ ਸੀਗੀਆਂ ਤੇ ਕਿੰਨੀ ਪੈਨਸ਼ਨ ਹੋਣੀ ਸੀ, ਮਾਇਆ ਤੇਲਾ ਬੜਾ ਕੁਛ, ਬੜੀ ਉਦਾਸੀ ਆਈ। ਇਉਂ ਸੋਚਾਂ ਸੋਚਦਿਆਂ ਹੋਇਆਂ ਮਹਿਤੇ ਗਏ। ਮਹਾਂਪੁਰਖ ਬਾਬਾ ਜੀ ਬ੍ਰਹਮ ਗਿਆਨੀ ਸਨ। ਕਹਿੰਦੇ ਕਿ ਉਹਨਾਂ ਨੇ ਜਦ ਮੈਂ ਗਿਆ ਅੰਦਰੋਂ ਕੁੰਡੀ ਲਾਈ ਹੋਈ ਤੇ ਸਾਰਿਆਂ ਨੂੰ ਬਾਹਰ ਕੱਢਿਆ ਹੋਇਆ। ਜਦ ਮੈਂ ਗਿਆ ਜਾਂਦਿਆਂ ਸਾਰੀ ਆਪਣੇ ਆਪ ਕੁੰਡੀ ਖੋਲੀ। ਆਖਿਆ ਆਓ ਜੀ ਜਨਰਲ ਸਾਹਿਬ, ਆਪਾਂ ਤੁਹਾਨੂੰ ਉਡੀਕ ਰਹੇ ਹਾਂ, ਅੰਦਰ ਆਓ, ਜੀ ਆਇਆਂ ਨੂੰ। ਘਰ ਵਾਲੇ ਨੂੰ ਬਾਹਰ ਬਿਠਾਤਾ, ਮੈਨੂੰ ਅੰਦਰ ਕਰਕੇ ਤੇ ਕੁੰਡੀ ਮਾਰਤੀ। ਟਰੰਕ ਭਰੇ ਹੋਏ ਸਨ ਮਾਇਆ ਦੇ, ਕਿਉਂਕਿ ਮਹਾਂਪੁਰਖਾਂ ਕੋਲ ਰਿੱਧੀਆਂ ਸਿੱਧੀਆਂ ਪੈਸੇ ਦਾ ਕੋਈ ਘਾਟਾ ਨਹੀਂ ਸੀ। ਟਰੰਕ ਖੋਲ੍ਹਤੇ। ਆਖਿਆ ਜਨਰਲ ਸਾਹਿਬ, ਸਵੇਰ ਦਾ ਮੇਰਾ ਮਨ ਨਹੀਂ ਸੀ ਟਿਕ ਰਿਹਾ। ਮੈਂ ਜਦ ਵੀ ਬਾਣੀ ਪੜ੍ਹਦਾ ਜਾਂ ਬਾਣੀ ਸੁਣਦਾ ਤੁਹਾਡੀ ਫੋਟੋ ਮੈਨੂੰ ਦਿਖ ਰਹੀ ਸੀ ਤੇ ਇਸ ਵਾਸਤੇ ਮੈਂ ਤੁਹਾਨੂੰ ਯਾਦ ਕਰਦਾ ਸੀ ਕਿਤੇ ਦਰਸ਼ਨ ਹੋਣ ਤੇ ਰੱਬ ਨੇ ਆਪ ਦੇ ਦਰਸ਼ਨ ਕਰਾਤੇ। ਮੇਰਾ ਚਿੱਤ ਚਾਹੁੰਦਾ ਵੀ ਮੈਂ ਤੁਹਾਡੀ ਸੇਵਾ ਕਰਾਂ। ਆ ਮਾਇਆ ਚੁੱਕ ਲਓ, ਟਰੰਕ ਲੈ ਜਾਓ ਚੁੱਕ ਕੇ ਆਪਦੀ ਕੋਠੀ 'ਚ। ਹੋਰ ਜਿੰਨੀ ਲੋੜ ਹੈ ਮੈਂ ਸੇਵਾ ਲਈ ਹਾਜ਼ਰ ਹਾਂ, ਕਿਉਂਕਿ ਮੈਂ ਸੰਗਤ ਦਾ ਸੇਵਾਦਾਰ ਹਾਂ, ਆਪ ਜੈਸੇ ਸੇਵਾਦਾਰਾਂ ਦਾ। ਆਪਦੀ ਬਹੁਤ ਮਹਾਨ ਸੇਵਾ ਹੈ। ਉਹ ਕਹਿੰਦੇ ਮੈਂ ਪਾਣੀਓ ਪਾਣੀ ਹੋ ਗਿਆ। ਮੈਂ ਪੈਰ ਫੜ ਲਏ। ਕਹਿੰਦੇ ਨਹੀਂ ਜੀ ਮੈਨੂੰ ਕੁਛ ਨਹੀਂ ਚਾਹੀਦਾ। ਕਹਿੰਦੇ ਨਹੀਂ ਬਈ ਇਹ ਮੇਰੀ ਨਹੀਂ, ਇਹ ਸੰਗਤ ਦੀ ਹੈ ਤੇ ਸੇਵਾਦਾਰਾਂ ਵਾਸਤੇ ਇਹਨੂੰ ਚੁੱਕ ਕੇ ਲੈ ਜਾ, ਜਿੰਨੀ ਲੋੜ ਹੈ ਸਭ ਕੁਛ ਲੈ ਜਾ। ਕਹਿੰਦੇ ਮੈਂ ਬੜੇ ਤਰਲੇ ਬੇਨਤੀਆਂ ਕਰਕੇ ਮੈਂ ਕਿਹਾ ਜੀ ਮੈਨੂੰ ਕੁਛ ਨਹੀਂ ਚਾਹੀਦਾ, ਆਪ ਦਾ ਦਿੱਤਾ ਸਭ ਕੁਛ। ਘਰ ਵਾਲੀ ਕਹਿੰਦੀ ਕੁਛ ਤਾਂ ਲੈ ਲੈਂਦੇ। ਕਹਿੰਦੇ ਨਹੀਂ। ਮਹਾਂਪੁਰਖਾਂ ਦੇ ਕੋਲੋਂ ਗੁਰਦੁਆਰੇ ਵਿੱਚੋਂ ਵਾਹਿਗੁਰੂ ਜੀ ਦਾ ਨਾਮ ਮੰਗੀਦਾ ਹੈ, ਪੈਸਾ ਨਹੀਂ ਮੰਗੀਦਾ। ਪੈਸਾ ਤਾਂ ਜਿੰਨਾ ਮਰਜ਼ੀ ਡਰਾਈਵਰੀ ਕਰਕੇ ਕਮਾ ਲਓ, ਜਿੰਨਾ ਮਰਜ਼ੀ ਮਿਹਨਤ ਕਰਕੇ, ਜੋ ਮਰਜ਼ੀ ਨੌਕਰੀ ਕਰਕੇ ਕਮਾ ਲਓ। ਗੁਰੂ ਘਰ ਆ ਕੇ ਰੱਬ ਦਾ ਨਾਮ ਮੰਗੋ, ਮੁਕਤੀ ਮੰਗੋ, ਮਨ ਦੀ ਸ਼ਾਂਤੀ ਮੰਗੋ, ਔਰ ਬਰਕਤ ਮੰਗੋ, ਤੰਦਰੁਸਤੀ ਮੰਗੋ, ਨਿਤਨੇਮ ਮੰਗੋ, ਅੰਮ੍ਰਿਤ ਵੇਲਾ ਮੰਗੋ। ਕਹਿੰਦੇ ਮਹਾਂਪੁਰਖਾਂ ਬਹੁਤ ਖੁਸ਼ੀਆਂ ਦਿੱਤੀਆਂ। ਸੋ ਇੰਝ ਪਾਤਸ਼ਾਹ ਜੀ ਕਥਨ ਕਰਦੇ ਹਨ, ਉਨ ਦੀਆ ਨਾਮ ਲਿਖਾਈ। ਮੈਂ ਗੱਲ ਨਾਮ ਦੀ ਕਰ ਰਿਹਾ ਵੀ ਗੁਰੂ ਸਾਹਿਬ ਨੂੰ ਜਦ ਉੱਚੀ ਬਾਂਹ ਕਰਕੇ ਪੁਕਾਰਿਆ ਤੇ ਉਹਨੇ ਸਾਡੇ ਮੱਥੇ ਤੇ, ਸਾਡੇ ਹਿਰਦੇ ਤੇ ਰੱਬ ਦਾ ਨਾਮ ਲਿਖ ਦਿੱਤਾ। ਸੰਤ ਗਿਆਨੀ ਮੋਹਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਜੇ ਵੀ ਪਿੰਡਰੀ ਹਨ, ਜਿਉਂਦੇ ਨੇ। ਜਿਨ੍ਹਾਂ ਦੇ ਬਚਨ ਸੁਣਾਏ ਉਹ ਚੜ੍ਹਾਈ ਕਰ ਗਏ ਨੇ, ਪਰ ਬਾਬਾ ਮੋਹਨ ਸਿੰਘ ਜੀ ਜਿਉਂਦੇ ਨੇ। ਤਤੀਆਂ ਹਵਾਵਾਂ ਸਨ, ਪਿੰਡਾਂ ਦੇ ਵਿੱਚ CRP ਦਾ ਪਹਿਰਾ ਸੀਗਾ ਤੇ ਉਹਨਾਂ ਨੂੰ ਹੁਕਮ ਸੀਗਾ ਵੀ ਜਿਹੜਾ ਬੰਦਾ ਮਿਲਦਾ ਉਹਨੂੰ ਸ਼ੂਟ ਕਰ ਦਿਓ, ਕੋਈ ਕੇਸ ਨਹੀਂ। ਉਹ ਬਾਬਾ ਜੀ ਮਹਾਂਪੁਰਖ ਸਿੰਘਾਂ ਸਮੇਤ ਸੈਰ ਕਰ ਰਹੇ ਸੀ। ਕਰਦੇ ਕਰਦੇ ਪੈਲੀਆਂ 'ਚ ਨਿਕਲ ਗਏ ਤੇ ਰੇਟ ਮਾਰਦੇ ਉਹ CRP ਵਾਲੇ ਚੰਗੇ 10-12 ਮੋਢੇ ਤੇ ਗੰਨਾਂ ਰੱਖੀਆਂ ਹੋਈਆਂ। ਹਿੰਦੂ ਲੋਕ ਰਹਿ ਰਸ ਦਾ ਪਾਠ ਉੱਚੀ ਉੱਚੀ ਬੋਲ ਕੇ ਬਾਬਾ ਮੋਹਨ ਸਿੰਘ ਜੀ ਕਰ ਰਹੇ ਸਨ। ਕਹਿੰਦੇ ਠਹਿਰ ਜਾਓ। ਖੜੇ ਹੋ ਗਏ ਤੇ ਸ਼ਾਮ ਦਾ ਟਾਈਮ ਸੀ, ਕੁਛ ਕੁ ਹਨੇਰਾ ਸੀ। ਕਹਿੰਦੇ ਬਾਹਾਂ ਖੜੀਆਂ ਕਰੋ, ਦੱਸੋ ਕੌਣ ਹੋ? ਮਹਾਂਪੁਰਖ ਰਹਿ ਰਸ ਦਾ ਪਾਠ ਕਰ ਰਹੇ ਸੀ। ਨਾ ਤਾਂ ਉਹਨਾਂ ਬਾਹਾਂ ਖੜੀਆਂ ਕੀਤੀਆਂ ਤੇ ਨਾ ਹੀ ਉਹਨਾਂ ਨੇ ਬਾਣੀ ਵਿੱਚੋਂ ਛੱਡ ਕੇ ਆਪ ਦਾ ਨਾਮ ਦੱਸਿਆ ਵੀ ਮੈਂ ਕੌਣ ਹਾਂ। ਇੰਟਰੋਡਕਸ਼ਨ ਨਹੀਂ ਕਰਾਈ, ਉੱਚੀ ਉੱਚੀ ਬੋਲ ਕੇ ਬਾਣੀ ਪੜ੍ਹਦੇ ਰਹੇ ਤੇ ਉਹਨਾਂ ਗੰਨਾਂ ਤਾਣ ਲਈਆਂ। ਰਹਿ ਰਸ ਦਾ ਪਾਠ ਸੰਪੂਰਨ ਕਰਕੇ ਬਾਬਾ ਜੀ ਨੇ ਫਤਿਹ ਬੁਲਾਈ। ਕਹਿੰਦੇ ਹਾਂ ਹੁਣ ਦੱਸ, ਮਾਰ ਗੋਲੀ। ਮੈਨੂੰ ਮਾਰ ਕੇ ਤੂੰ ਕੀ ਲੈਣਾ, ਦੱਸ ਕੀ ਤੈਨੂੰ ਮਿਲ ਜੂਗਾ? ਤੂੰ ਇੱਕਦਮ ਸਲਿਮ ਹੋ ਕੇ ਆਪਦੇ ਰਾਹੇ ਪਏ।
ਇਸ ਲਈ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਾਉ ਸਭ ਗਵਾਸੀ। ਰੱਬ ਦੇ ਪਿਆਰੇ ਵਾਹਿਗੁਰੂ ਦੇ ਭਾਉ 'ਚ ਜਿਹੜੇ ਰਹਿੰਦੇ ਨੇ ਉਹ ਦੁਨਿਆਵੀ ਭਾਉ ਤੋਂ ਰਹਿਤ ਹੋ ਜਾਂਦੇ ਨੇ। ਮਹਾਰਾਜ ਨੇ ਇਹੋ ਜਿਹਾ ਨਾਮ ਲਿਖਾਤਾ ਤੋ ਪੈ ਕਾਹੂ ਕੋ ਦੇਤ ਨੇ ਨ ਪੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਧਰਮ ਰਾਏ ਕਾ ਦਫਤਰ ਸੋਧਿਆ, ਇਉਂ ਨਾਮ ਪ੍ਰਾਪਤ ਕਰਕੇ ਜਾਂ ਧਰਮ ਰਾਜੀ ਦਾ ਅੰਤःਕਰਨ ਰੂਪੀ ਦਫਤਰ ਸੋਧ ਕੇ ਵੇਖਿਆ, ਬਾਕੀ ਰਿਜਮ ਨਾ ਕਾਈ। ਤਾਂ ਸੰਚਿਤ ਕਰਮ ਪ੍ਰਾਲਬਧ ਕਰਮ ਕਿਰੇਮਾਨ ਆਦਿ ਕਰਮਾਂ ਦੀ ਕੋਈ ਬਾਕੀ ਬਕਾਇਆ ਰੰਚਕ ਮਾਤਰ ਵੀ ਨਾ ਨਿਕਲਿਆ। ਸੰਤਾ ਕਉ ਮਤ ਕੋਈ ਨਿੰਦਾ ਹੋ, ਇਹ ਗੁਰਮੁਖੋ ਜੇ ਆਪਾਂ ਸੇਵਾ ਕਰਨ ਜੋਗੇ ਨਹੀਂ ਤਾਂ ਸੰਤਾਂ ਦੀ ਮਤਾ ਕੋਈ ਨਿੰਦਿਆ ਕਰੇ, ਕਿਉਂਕਿ ਆਪਾਂ ਤਾਂ ਦਰਸ਼ਨ ਕੀਤੇ ਨੇ ਸੰਤਾਂ ਦੇ। ਜੇ ਤੁਸੀਂ ਨਹੀਂ ਕੀਤੇ ਤਾਂ ਨਿੰਦਿਆ ਨਾ ਕਰੋ, ਸਾਥੋਂ ਪੁੱਛ ਲਓ ਵੀ ਆਹ ਗੱਲ ਕਿਵੇਂ ਹੈ, ਆਪਾਂ ਤੁਹਾਡੀ ਤਸੱਲੀ ਕਰਾਵਾਂਗੇ। ਇਹ ਰਾਜਨੀਤੀ ਹੁੰਦੀ ਹੈ, ਜਿਹੜਾ ਬੰਦਾ ਪ੍ਰਸਿੱਧ ਹੋ ਜਾਏ ਉਹਦੀਆਂ ਗਲਤ ਗੱਲਾਂ ਬਣਾ ਕੇ ਕਿਤਾਬਾਂ 'ਚ ਛਾਪ ਦਿਓ ਤੇ ਮੀਡੀਆ ਦੇ ਵਿੱਚ ਪ੍ਰਚਾਰ ਕਰ ਦਿਓ ਵੀ ਉਹਨੇ ਆਹ ਕੀਤਾ ਉਹਨੇ ਉਹ ਕੀਤਾ। ਗੱਲ ਕੁਛ ਹੋਰ ਹੁੰਦੀ ਹੈ, ਬਣਾ ਕੁਛ ਹੋਰ ਦੇਣੀ ਵੀ ਇਹਦੀ ਪ੍ਰਸਿੱਧੀ ਕਿਉਂ ਹੈ, ਇਹਨੂੰ ਲੋਕ ਮੰਨਦੇ ਕਿਉਂ ਨੇ, ਇਕੱਠ ਕਿਉਂ ਹੁੰਦਾ, ਉਹਦੀ ਬਦਨਾਮੀ ਕਰਾ ਕੇ ਤੇ ਉਹਨੂੰ ਹੇਠਾਂ ਸੁੱਟਣ ਦੀ ਕੋਸ਼ਿਸ਼ ਕਰਨੀ। ਇਸ ਲਈ ਕਿਸੇ ਦੇ ਆਖੇ ਕਹੇ ਕਵਾਏ ਮਤਾਂ ਕਿਤੇ ਆਪ ਦੇ ਸਿਰ ਤੇ ਪਾਪ ਚੜਾ ਲਿਓ, ਸੰਤਾਂ ਦੀ ਕੋਈ ਨਿੰਦਿਆ ਨਾ ਕਰੋ, ਕਿਉਂਕਿ ਉਹ ਜਿਹੜੇ ਰੱਬ ਦੇ ਪਿਆਰੇ ਨੇ ਉਹ ਮਹਾਰਾਜ ਕਬੀਰ ਜੀ ਕਹਿੰਦੇ ਨੇ, ਸੰਤ ਰਾਮ ਹੈ ਏਕੋ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੱਬ ਤਾਂ ਕਿਸੇ ਵੇਖਿਆ ਨਹੀਂ, ਨਾ ਹੀ ਸਾਨੂੰ ਮਿਲਿਆ। ਜਿਨ੍ਹੇ ਰੱਬ ਦੇ ਦਰਸ਼ਨ ਕਰਨੇ ਹਨ ਉਹ ਸੰਤਾਂ ਦੇ ਦਰਸ਼ਨ ਕਰੇ। ਸੰਤ ਅਤੇ ਰੱਬ ਇੱਕ ਹਨ। ਮਹਾਂਪੁਰਖ ਜਿਹੜੇ ਚੜ੍ਹਾਈ ਕਰ ਗਏ ਬਾਬਾ ਠਾਕੁਰ ਸਿੰਘ ਜੀ, ਤੇ ਜਥੇ 'ਚ ਇੱਕ ਸਿੰਘ ਰਹਿੰਦਾ ਹੁੰਦਾ ਭਾਈ ਸਤਵੰਤ ਸਿੰਘ, ਹੁਣ USA ਹੈ। ਕਹਿੰਦਾ ਵੀ ਮੈਂ ਚਲੀਸਾ ਕੱਟਿਆ, ਚਲੀਸਾ ਕੱਟਿਆ, ਉਹਨੇ ਮੂਲ ਮੰਤਰ ਜਾਂ ਜਪਜੀ ਸਾਹਿਬ ਦੇ ਪਾਠ ਤੇ ਅਰਦਾਸ ਕੀ ਕੀਤੀ ਕਿ ਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਸੋ ਕਿਰਪਾ ਕਰੋ ਜੋ 10ਵਾਂ ਸਰੂਪ ਆਪ ਦਾ ਸੀ, 10ਵੇਂ ਸਰੂਪ 'ਚ ਮੈਨੂੰ ਦਰਸ਼ਨ ਹੋਣ, ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਣ। ਤੇ ਕਹਿੰਦੇ ਜਦ ਚਲੀਸਾ ਪੂਰਾ ਹੋਇਆ ਤੇ ਅਰਦਾਸ ਕਰਕੇ ਮੈਂ ਬਾਹਰ ਆਇਆ ਤੇ ਮੈਂ ਬੜਾ ਉਦਾਸ ਹੋ ਗਿਆ ਵੀ 40 ਦਿਨ ਹੋ ਗਏ ਤੇ ਉਹ ਇੰਨਾ ਅਭਿਆਸੀ ਸੀ, ਉਹਦਾ ਦਿਮਾਗ ਵੀ ਕਮਲਾ ਹੋ ਗਿਆ। ਮਸਤਾਨਾ ਨੂੰ ਕਹਿੰਦੇ ਸੀ, ਪਤਾ ਹੀ ਨਹੀਂ ਲੱਗਣਾ, ਰਾਤ ਵੀ ਤੁਰੇ ਫਿਰਦੇ ਰਹਿਣਾ, ਦਿਨੇ ਵੀ ਸੀ ਨਾਮ ਅਭਿਆਸੀ। ਮਤਲਬ ਇੰਨਾ ਰੱਬ ਦੀ ਕਿਰਪਾ, ਇੰਨਾ ਅਭਿਆਸ ਕੀਤਾ, ਖਾਣਾ ਪੀਣਾ ਨੀਂਦ ਘਟਾ ਦਿੱਤੀ। ਕਹਿੰਦੇ ਮਨ ਉਦਾਸ ਹੋਇਆ ਵੀ ਗੁਰੂ ਗੋਬਿੰਦ ਸਿੰਘ ਤਾਂ ਮਿਲਿਆ ਹੀ ਨਹੀਂ। ਇਹ ਗੱਲ ਮੈਨੇ ਆਪ ਦੱਸੀ ਉਹਨੇ। ਕਹਿੰਦੇ ਬਾਹਰ ਆ ਕੇ ਜਦੋਂ ਮੈਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਿਆ, ਵੱਡੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਕੇ ਤੇ ਛੋਟੇ ਨਿਸ਼ਾਨ ਸਾਹਿਬ ਤੇ ਆਇਆ ਤੇ ਮੱਥਾ ਟੇਕ ਕੇ ਜਦ ਮੂੰਹ ਤਾਂ ਨੂੰ ਚੁੱਕਿਆ ਤੇ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਕਹਿੰਦੇ, ਹਾਂ ਭਾਈ ਸਤਵੰਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਮੈਨੂੰ ਇੰਝ ਜਾਪਿਆ ਵੀ ਮਹਾਰਾਜ ਨੇ ਮੈਨੂੰ ਜਵਾਬ ਦੇ ਦਿੱਤਾ ਵੀ ਤੂੰ ਮੈਨੂੰ ਕੀ ਚਾਹੁੰਦਾ, ਖਾਲਸਾ ਮੇਰੋ ਰੂਪ ਹੈ ਖਾਸ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕਦੀ ਖਹਿੜਾ ਨਾ ਕਰੋ, ਇਹ ਖਾਲਸਾ ਇਹ ਸੰਗਤ ਹੀ ਰੱਬ ਦਾ ਰੂਪ ਹੈ। ਮਹਾਰਾਜ ਦੀ ਬਾਣੀ ਹੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਜਿਹੜੇ ਮਹਾਂਪੁਰਖਾਂ ਦੇ ਕੋਲ ਤੁਹਾਨੂੰ ਜਗ੍ਹਾ ਦਿੱਤੀ ਉਹ ਗੁਰੂ ਗੋਬਿੰਦ ਸਿੰਘ ਦੀ ਤਾਂ ਟਕਸਾਲ ਹੈ, ਮੈਨੂੰ ਕਿੱਥੋਂ ਲੱਭਦੇ ਹੋ? ਕਹਿੰਦੇ ਮੈਨੂੰ ਜਵਾਬ ਮਿਲ ਗਿਆ, ਮੈਨੂੰ ਸ਼ਾਂਤੀ ਆ ਗਈ। ਇਸ ਲਈ ਇਹ ਗੁਰਮੁਖੋ ਸੰਤਾਂ ਦੀ ਮਤਾ ਕੋਈ ਨਿੰਦਿਆ ਕਰੋ। ਜਿਹੜੇ ਅੱਠੇ ਪੈਰ ਬਾਣੀ ਪੜ੍ਹਦੇ ਨੇ ਤੇ ਨਾਮ ਜਪਦੇ ਸੇਵਾ ਸਿਮਰਨ ਚ ਜੁਟੇ ਨੇ, ਕਿਉਂਕਿ ਸੰਤ ਤੇ ਰਾਮ ਇੱਕ ਹਨ। ਜਿਨ੍ਹਾਂ ਰਾਮ ਨਹੀਂ ਵੇਖਿਆ ਉਹ ਸੰਤ ਜਰਨੈਲ ਸਿੰਘ ਦੇ ਦਰਸ਼ਨ ਕਰੇ। ਮਹਾਂਪੁਰਖ ਬਾਬਾ ਠਾਕੁਰ ਸਿੰਘ, ਬਾਬਾ ਹੰਸਾਲੀ ਵਾਲੇ ਮਹਾਂਪੁਰਖ ਤੱਤੀਆਂ ਹਵਾਵਾਂ ਦੇ ਵਿੱਚ ਕਈਆਂ ਨੇ ਇਹਨਾਂ ਨੂੰ ਆ ਕੇ ਬੇਨਤੀ ਕੀਤੀ, ਮੈਂ ਨਾਂ ਨਹੀਂ ਲੈਣਾ ਕਿਉਂਕਿ ਉਹ ਅਜੇ ਜਿਉਂਦੇ ਨੇ। ਕਹਿੰਦੇ ਬਾਬਾ ਜੀ ਮੁੰਡੇ ਮੇਰੇ ਮਗਰ ਪੈ ਗਏ। ਬਾਬਾ ਕਹਿੰਦੇ ਕੌਣ ਪੈ ਗਿਆ? ਤੇ ਮੈਨੂੰ ਨਾਂ ਦੱਸ, ਮੈਂ ਉਹਨਾਂ ਨੂੰ ਪੁੱਛੂੰਗਾ।
ਜਿਹੜੇ ਮਹਾਂਪੁਰਖ ਸੀ ਉਹਨਾਂ ਦਾ ਦਬਕਾ ਸਭਨਾਂ ਤੇ ਚੱਲਦਾ ਸੀਗਾ। ਇਸ ਵਾਸਤੇ ਕਹੋ ਕਬੀਰ ਮੈਂ ਸੋ ਗੁਰ ਪਾਇਆ। ਕਬੀਰ ਜੀ ਕਹਿੰਦੇ ਨੇ ਕਿ ਮੈਂ ਗੁਰੂ ਪਾ ਲਿਆ ਹੈ। ਜਾ ਕਾ ਨਾਉ ਬਿਬੇਕੋ। ਜਿਹਦਾ ਨਾਮ ਕੀ ਹੈ? ਬਿਬ ਏਕੋ। ਦੋ ਭਾਵ ਜੀਵ ਤੇ ਈਸ਼ ਦੀ ਏਕਤਾ ਕਰਾਉਣ ਵਾਲਾ ਅਰਥਾਤ ਗਿਆਨਵਾਨ, ਜਿਨ੍ਹਾਂ ਦਾ ਨਾਮ ਨਿਰਗੁਣ ਤੇ ਸਰਗੁਣ ਦੀ ਏਕਤਾ ਕਰਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹੈ, ਉਹ ਮੈਂ ਗੁਰੂ ਪਾ ਲਿਆ। ਇਹ ਕਬੀਰ ਜੀ ਕਹਿੰਦੇ ਨੇ। ਜਿਸ ਵੇਲੇ ਕਬੀਰ ਸਾਹਿਬ ਜੀ ਦੀ 106 ਸਾਲ ਦੀ ਉਮਰ ਸੀਗੀ, ਉਹ ਪੰਚਕੋਸ਼ੀ ਦੀ ਯਾਤਰਾ ਤੋਂ ਵਾਪਸ ਆ ਰਹੀ ਸੀ। ਉਸ ਵੇਲੇ ਕਾਸ਼ੀ ਤੋਂ ਬਾਹਰ ਭਗਤ ਕਬੀਰ ਸਾਹਿਬ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਪਸ ਵਿੱਚ ਮਿਲਾਪ ਹੋਇਆ ਸੀਗਾ। ਇਹ ਜਿੰਨੇ ਵੀ ਭਗਤ ਹਨ, ਨਾਮਦੇਵ ਜੀ, ਕਬੀਰ ਜੀ, ਰਵਿਦਾਸ ਜੀ, ਇਹ ਸਾਰੇ ਮੂਰਤੀ ਪੂਜਕ ਸਰਗੁਣ ਦੇ ਉਪਾਸ਼ਕ ਸਨ। ਤੇ ਗੁਰੂ ਨਾਨਕ ਸਾਹਿਬ ਨੇ ਨਿਰਗੁਣ ਤੇ ਸਰਗੁਣ ਚ ਭੇਦਤਾ ਕਰਾ ਕੇ ਇਹਨਾਂ ਨੂੰ ਪੂਰਨ ਬ੍ਰਹਮ ਗਿਆਨੀ ਬਣਾਇਆ। ਵਾਹਿਗੁਰੂ ਦੇ ਵਿੱਚ ਜੋਤੀ ਸਰੂਪ ਚ ਭੇਦ ਕੀਤਾ। ਇਉਂ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਪਾ ਕੇ ਅਸੀਂ ਪੂਰੇ ਹੋ ਗਏ। ਭੁੱਲ ਚੁੱਕ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਸੰਤਾ ਕਉ ਮਤ ਕੋਈ ਨਿੰਦਹੁ, ਸੰਤ ਰਾਮ ਹੈ ਏਕੋ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਬਬੇਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।